ਭਾਗ ਸਿਮਰੋ ਅੰਗਦ ਦੁਖ ਅਮਰਦਾਸ ਜੀ ਹਿਰਦੈ ਸ੍ਰੀ ਗੁਰੂ ਰਾਮਦਾਸ ਗੁਰ ਅਰਜਨ ਬਿਗਨਨ ਸ੍ਰੀ ਹਰਿ ਗੋਬਿੰਦ ਸੁਭ ਸੁਮਤ ਸ੍ਰੀ ਹਰਿ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਗੁਰ ਮੇਰਾ ਪਰਮ ਸ੍ਰੀ ਗੁਰੂ ਗੋਬਿੰਦ ਸ੍ਰੀ ਗੁਰੂ ਗ੍ਰੰਥ ਵੰਦੋ ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਨ ਸੋਏ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਸ਼੍ਰੀ ਗੁਰ ਪਦ ਨਖ ਕਾਂਤ ਜੋ ਕਵਕਾ ਕੇ ਸਮਝਾਨ ਤਰਲ ਤੁਰੰਗ ਮਨ ਦੇ ਮੁਖ ਕਹੋ ਕਥਾ ਗਤ ਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੇ ਚਰਨਾਂ ਕਮਲਾਂ ਚ ਆਨੰਦ ਮਾਣ ਲਈ ਸਾਧ ਸੰਗਤ ਵਡਭਾਗੇ ਜੋ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਸੁਣਨ ਵਾਸਤੇ ਇੰਨੀ ਗਰਮੀ ਦੇ ਵਿੱਚ ਵੀ ਮਹਾਰਾਜ ਦੇ ਪਿਆਰ ਸਦਕਾ ਪਹੁੰਚੇ ਹੋ ਜੀ ਆਇਆ। ਜਿਤਨੇ ਕਦਮ ਆਪ ਸੰਗਤਾਂ ਦੇ ਚੱਲੇ ਹਨ ਮਹਾਰਾਜ ਜੀ ਲੇਖੇ ਵਿੱਚ ਲਾਉਣ। ਸੋ ਗੁਰੂ ਪਾਤਸ਼ਾਹ ਮਹਾਰਾਜ ਜੀ ਰਾਏ ਹੋਏ ਦੀ ਤਲਵੰਡੀ ਪਹੁੰਚੇ ਸਨ। ਭਾਈ ਬਾਲਾ ਜੀ ਦੇ ਖੂਹ ਦੇ ਉੱਪਰ ਸਤਿਗੁਰਾਂ ਨੇ ਟਿਕਾਣਾ ਕੀਤਾ। ਉਹਨਾਂ ਦੇ ਪਿਤਾ ਦਾ ਨਾਮ ਸੀ ਚੰਦਰਪਾਲ। ਪਾਵਨ ਪਵਿੱਤਰ ਧਰਤੀ ਲਹਿੰਦਾ ਪੰਜਾਬ ਜੋ ਕਿਸੇ ਵਕਤ ਇਕੱਠਾ ਸੀ। ਕੁਝ ਚੀਜ਼ਾਂ ਦਾ ਸੁੱਖ ਵੀ ਹੋਇਆ ਤੇ ਦੁੱਖ ਵੀ ਹੋਇਆ। ਜਿਸ ਤਰ੍ਹਾਂ ਗੋਰੇ ਇੱਥੇ ਆਉਂਦੇ ਸਨ ਤੇ ਕੁਝ ਉਹਨਾਂ ਦਾ ਸੁੱਖ ਵੀ ਤੇ ਦੁੱਖ ਵੀ ਸੀ। ਜਿੱਦਾਂ ਅੱਜ ਦੀ ਗੱਲ ਹੈ, ਉਹ ਸਹਿ ਸੁਭਾਅ ਬਚਨ ਚੱਲਿਆ। ਕੋਈ ਜਾ ਰਿਹਾ ਸੀ ਅਮਰੀਕਾ ਨਾ, ਤਾਂ ਉਹ 46 ਜੀ ਮਰ ਗਏ। ਕਿੰਨੀ ਮੌਤ ਉਹਨਾਂ ਦੀ ਔਖੀ ਆਈ। ਟਰਾਲੀ ਦੇ ਵਿੱਚ ਹੀ ਛੱਡ ਗਿਆ, ਉਹ ਆਪ ਭੱਜ ਗਿਆ ਤੇ ਉਹ ਤਵਸ਼ ਦੇ ਨਾਲ ਸਾਹ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਭਾਈ, ਵਾਕਿਆ ਜਿਨ੍ਹਾਂ ਦੇ ਕਾਰਜ ਹੋਏ ਮਹਾਰਾਜ ਨੂੰ ਭੁੱਲਣਾ ਨਹੀਂ ਚਾਹੀਦਾ। ਇਹ ਕਿਸਮਤ ਖੇਡਦੀ ਸਤਿਗੁਰੂ। ਜਿਨ੍ਹਾਂ ਦੇ ਹੁਣ 46 ਜੀ ਚਲੇ ਗਏ, ਉਹ ਕੀ ਕਿੱਦਾਂ ਜਾਨ ਨਿਕਲੀ।
ਇਸ ਕਰਕੇ ਉਹ ਗੱਲ ਚੱਲੀ ਤੇ ਉਹ ਕੋਈ ਕਹਿੰਦਾ ਵੀ ਸਿਰ 'ਚ ਮਾਰਨੀ ਸੀ ਆਜ਼ਾਦੀ। ਕਹਿੰਦਾ ਜੇ ਗੋਰੇ ਨਾ ਜਾਂਦੇ ਤੇ ਸਾਰਾ ਸਿਸਟਮ ਇਕੱਠਾ ਹੋਣਾ ਸੀ ਹੈ ਵੀ ਕੋਈ ਵੀਜ਼ਾ ਨਹੀਂ ਸੀ ਲੈਣਾ ਪੈਣਾ। ਬਸ 6 ਮਹੀਨੇ ਗਏ ਆ ਗਏ, ਕਿਉਂਕਿ ਜਦੋਂ ਸਾਰਾ ਸਿਸਟਮ ਹੀ ਗੋਰਿਆਂ ਦੇ ਹੱਥ ਹੁੰਦਾ। ਅੱਜ ਵੀ ਉਹਨਾਂ ਦੇ ਬਣਾਏ ਹੋਏ ਜਿਹੜੇ ਪੁੱਲ ਨੇ 20-20 ਸਾਲ ਹੋ ਗਈ ਮਨਿਆਦ ਨੰਗੀ ਨੂੰ, ਅਜੇ ਟ੍ਰੇਨਾਂ ਚੱਲਣ ਦੀ। ਤੇ ਉਹ ਕਹਿੰਦਾ ਵੀ ਜੇ ਹੁਣ ਉਦੋਂ ਇਨਕਲਾਬ ਜਿੰਦਾਬਾਦ ਕਰੀ ਗਏ ਦੇਹ ਤੇਰੇ ਦੀ, ਤੇ ਹੁਣ ਉੱਥੇ ਕੀ ਬੜੇਵੇਂ ਲੈਣ ਚੱਲੇ ਆ। ਇੱਕ ਪਾਸੇ ਆਜ਼ਾਦੀਆਂ ਲਈਆਂ, ਤੁਸੀਂ ਉਹਨਾਂ ਨੂੰ ਭਜਾਇਆ ਇੱਥੋਂ 1947 ਨੂੰ ਯਾਦ ਕਰਾਇਆ, ਦੇਸ਼ ਚੰਗਾ ਯਾਦ ਕਰਾਇਆ। ਇਹਦੂ ਤਾਂ ਨਾ ਕਰਾਉਂਦੇ ਵਧੀਆ ਨਹੀਂ ਸੀ, ਆਪਣਿਆਂ ਨਾਲੋਂ ਤਾਂ 100 ਗੁਣਾ ਚੰਗੇ ਸੀ ਨਾ ਉਹ, ਕਿਉਂਕਿ ਉਹਨਾਂ ਦਾ ਕਾਨੂੰਨ ਸੀ। ਹੁਣ ਉੱਥੇ ਕਿਉਂ ਜੋ ਕੀ ਜਾ ਰਹੇ, ਉੱਥੇ ਕਾਨੂੰਨ ਆ, ਉੱਥੇ ਸਿਸਟਮ ਆ, ਕੋਈ ਤਾਂ ਭੱਜ ਰਿਹਾ ਸਾਰਾ ਕੋਈ ਬੰਦਾ, ਇੱਥੇ ਸਿਸਟਮ ਕੋਈ ਨਹੀਂ ਆ। ਇਸ ਕਰਕੇ ਉਹ ਅੰਦਰੋਂ ਦੁਖੀ ਸੀ ਉਹ ਬਜ਼ੁਰਗ। ਕਹਿੰਦਾ ਇਹਦੂ ਤੇ ਨਾ ਹੀ ਯਾਦ ਹੁੰਦੇ ਤੇ ਚੰਗਾ ਸੀ, ਨਾਲੇ 35-40-50 ਲੱਖ ਰੁਪਈਆ ਖਰਚ ਕਰਨਾ, ਨਾਲੇ ਆਪਣੇ ਜੀ ਗਵਾਉਣੇ, ਇਹੋ ਜਿਹੀ ਆਜ਼ਾਦੀ ਨੂੰ ਚੱਟਣਾ ਸੀ। ਹੁਣ ਜਿਹੜਾ ਆਜ਼ਾਦੀ ਪ੍ਰਸਤ ਬੰਦਾ ਉਹਨੂੰ ਗੁੱਸਾ ਲੱਗ ਜਾਂਦਾ ਵੀ ਸਾਡੀਆਂ ਸ਼ਹੀਦੀਆਂ ਹੋਈਆਂ, ਫਾਂਸੀਆਂ ਹੋਈਆਂ। ਤੇ ਇਸ ਕਰਕੇ ਕਿਤੇ ਨਾ ਕਿਤੇ ਸਮਝ ਨਹੀਂ ਆ ਰਹੀ। ਇਹ ਮਹਾਰਾਜ ਜੀ ਦੇ ਰੰਗ ਨੇ ਕੁੱਲ ਮਿਲਾ ਕੇ, ਬਾਕੀ ਕਿਸਮਤ ਹੈ। ਤਕਦੀਰ ਚੰਗੀ ਤਕਦੀਰ ਮਾੜੀ, ਧੌਣ ਇਸ ਤਕਦੀਰ ਅੱਗੇ ਝੁਕ ਜਾਂਦੀ। ਪਰ ਵਾਕਿਆ ਹੀ ਖਬਰ ਸੁਣ ਕੇ ਤੇ ਅੰਦਰ ਖੜਾ ਲੂੰ ਕੰਡੇ ਖੜੇ ਹੋ ਜਾਂਦੇ। ਤੇ ਇੰਨਾ ਮੰਨ ਲਓ ਆਪਾਂ ਨੂੰ ਹੁਣ ਆਪਾਂ ਏਸੀ ਚੱਲਣ ਦਾ ਤੇ ਤਾਂ ਵੀ ਔਖਾ ਹੀ ਹੈ। ਤੇ ਜਿਹੜਾ ਤਵਸ਼ਨਾ ਤੱਤਾ ਕਰਕੇ ਮਾਰਨਾ, ਕਿੰਨੀ ਮੌਤ ਔਖੀ ਆਉਂਦੀ ਜੀ। ਵੇਖੋ ਕੀ ਇੱਕ ਬੰਦੇ ਦਾ ਸਬਰ ਟੁੱਟ ਗਿਆ। ਅੱਜ ਰੋਟੀ ਹੈ ਵਧੀਆ ਜਲ ਪਾਣੀ, ਪਰ ਇੱਕ ਨਾ ਅੰਦਰ ਧੂ ਜੀ ਪੈ ਗਈ ਦੁਨੀਆ ਨੂੰ। ਬਸ ਜਾਓ ਤਰੀਕੇ ਨਾਲ ਜਾਓ, ਕੋਈ ਗੱਲ ਨਹੀਂ ਕਿਸੇ ਨਾਲ, ਪਰ ਇਸ ਤਰ੍ਹਾਂ ਨਹੀਂ। ਛੋਟੇ ਛੋਟੇ ਬੱਚੇ ਲੋਕੀ ਲਿਜਾ ਰਹੇ। ਸੋ ਰਹੋ ਵਿਚਾਰ। ਮੈਂ ਯਾਦ ਕਰਦਾ ਸੀ ਇਹ ਕਥਾ ਜਦੋਂ ਦੀ ਹੈ, ਉਸ ਵੇਲੇ ਵੰਡ ਨਹੀਂ ਸੀ ਹੋਈ, ਕੋਈ ਬਾਰਡਰ ਨਹੀਂ ਸੀ। ਅੱਜ ਆਪਾਂ ਜਾਣਾ ਹੋਵੇ ਨਨਕਾਣਾ ਸਾਹਿਬ, ਤਰਸਦੇ ਪਏ, ਰੋਜ਼ ਅਰਦਾਸ ਕਰਨ ਦੇ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਦੀਦਾਰ। ਕਰਤਾਰਪੁਰ ਵੀ ਵੀਜ਼ਾ ਐਂਟਰੀ ਲੈ ਕੇ ਜਾਣਾ ਪੈਣਾ, ਤੇ ਕਿੱਥੇ ਖੁੱਲ੍ਹਾ ਹੀ ਹੁੰਦਾ ਸੀ। ਇੱਥੋਂ 1.5 ਘੰਟੇ 'ਚ ਉੱਥੇ ਪਹੁੰਚ ਜਾਣਾ। ਕਿੰਨੀ ਪਵਿੱਤਰ ਧਰਤੀ ਆ। ਆਓ ਉੱਦਾਂ ਤਾਂ ਚਲੋ ਆਪਾਂ ਨਹੀਂ ਗਏ, ਇਤਿਹਾਸ ਦੇ ਵਿੱਚ ਦਰਸ਼ਨ ਕਰਨ ਲੱਗੇ ਆ। ਕਿਤੇ ਮਹਾਰਾਜ ਸਮਾਂ ਬਖਸ਼ੇ ਤੇ ਜ਼ਰੂਰ ਖੂਹ ਵੇਖ ਕੇ ਆਇਓ ਚੰਦਰਭਾਨ ਦਾ, ਜਿੱਥੇ ਮਹਾਰਾਜ ਅੱਜ ਦੇ ਪ੍ਰਸੰਗ ਵਿੱਚ ਬੈਠੇ ਨੇ। ਆਓ ਸਾਰੀ ਸੰਗਤ ਸੀਸ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਗੁਰ ਪਦ ਨਖ ਕਾਂਤ, ਜੋ ਕਵਿ ਕਾ ਕੇ ਸਮਝਾਨ। ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਜਿਹੜੇ ਚਰਨ ਕਮਲ ਹਨ, ਉਹ ਇੱਕ ਸੋਹਣੀ ਜੀ ਲਗਾਮ ਹੈ ਸੋਨੇ ਦੀ। ਇਸ ਤਰ੍ਹਾਂ ਮੈਨੂੰ ਨਜ਼ਰ ਆ ਰਹੇ ਹਨ। ਤਰਲ ਤੁਰੰਗ ਮਨ ਦੇ ਮੁਖ, ਕਹੋ ਕਥਾਗਤ ਦਾਨ। ਕਹਿੰਦੇ ਮੇਰਾ ਜੀ ਕਰਦਾ ਹੈ ਵੀ ਤੇਰੇ ਚਰਨਾਂ ਰੂਪੀ ਜਿਹੜੀ ਲਗਾਮ ਹੈ, ਇਹਨੂੰ ਮਨ ਰੂਪੀ ਘੋੜੇ ਨੂੰ ਕੱਸ ਦੇ। ਆਖੋ ਸਤਿਨਾਮ। ਕਿਉਂਕਿ ਜਿਹੜਾ ਘੋੜਾ ਹੈ ਨਾ, ਕਿੱਡੇ ਤੋਂ ਕਿੱਡਾ ਅੜੀਅਲ ਘੋੜਾ, ਜਦੋਂ ਉਹਦੇ ਮੂੰਹ ਖੋਲ ਕੇ ਉਹਦੇ ਵਿੱਚ ਲਗਾਮ ਫਸਾ ਦਿੰਦੇ ਨਾ, ਸਵਾਰੀ ਜਿਹੜਾ ਉਹਦਾ ਘੋੜ ਸਵਾਰ ਹੈ ਉਹਨੂੰ ਕਾਬੂ ਕਰਦਾ, ਖਿੱਚਦਾ, ਉਹਦੇ ਮੁੱਖ 'ਚ ਲੋਹਾ ਵੱਜਦਾ। ਕਈ ਵਾਰੀ ਜ਼ਿਆਦਾ ਅੜਬ ਘੋੜੇ ਉਹ ਤਾਂ ਲਹੂ ਵੀ ਨਿਕਲ ਆਉਂਦਾ ਜੀਭ 'ਚੋਂ ਜਦੋਂ ਨਹੀਂ ਰੁਕਦੇ। ਤੇ ਕਿੰਨੀ ਸੋਹਣੀ ਉਦਾਹਰਨ ਕਵੀ ਜੀ ਨੇ ਲਈ ਵੀ ਜਿਹੜਾ ਮਨ ਮੇਰਾ ਨਾ, ਇਹ ਅੜੀਅਲ ਘੋੜਾ, ਇਹ ਜੇ ਨਾ ਤੇ ਪਾਠ ਹੀ ਕਰਦਾ ਹੀ, ਜੇ ਇਹਨੂੰ ਗੁੜਕਾ ਸਾਹਿਬ ਫੜਾਈਦਾ ਤੇ ਗੁੜਕਾ ਸਾਹਿਬ ਫੜ ਕੇ ਆਪ ਭੱਜ ਜਾਂਦਾ। ਉੱਥੇ ਬਸ ਬੰਦਾ ਹੀ ਬੈਠਾ ਰਹਿ ਜਾਂਦਾ, ਪਤਾ ਹੀ ਨਹੀਂ ਲੱਗਦਾ ਕਦੋਂ ਪਾਠ ਹੋ ਜਾਂਦਾ। ਇਹ ਮਨ ਨਹੀਂ ਲੱਗਦਾ। ਜੇ ਗੁਰਦੁਆਰੇ ਆਈਦਾ ਤੇ ਸਰੀਰ ਇੱਥੇ ਬੈਠਾ, ਰੂਹ ਪਤਾ ਨਹੀਂ ਕਿਹੜੀਆਂ ਸੋਚਾਂ 'ਚ ਡੁੱਬੀ ਆ। ਇਸ ਕਰਕੇ ਕਵੀ ਰਾਜ ਜੀ ਕਹਿੰਦੇ ਮਨ ਘੋੜਾ ਵਾ, ਇਹ ਬਹੁਤ ਤੇਜ਼ੀ ਨਾਲ ਦੌੜਦਾ, ਇੱਥੇ ਬੈਠਾ ਬੈਠਾ ਮਿੰਟਾਂ 'ਚ ਜਲੰਧਰ ਚੱਲ ਜਾਂਦਾ। ਸਭ ਤੋਂ ਤੇਜ਼ ਦੌੜਨ ਵਾਲੀ ਕੋਈ ਚੀਜ਼ ਆ ਤੇ ਬੰਦੇ ਦਾ ਮਨ। ਜਿਹੜੇ ਤੁਹਾਡੇ 'ਚੋਂ ਵਿਦੇਸ਼ ਜਾ ਕੇ ਆਏ, ਹੁਣੇ ਬੈਠੇ ਉੱਥੇ ਸੁਰਤ ਲੈ ਜਾਓ, ਉੱਥੇ ਪਹੁੰਚ ਜਾਣੀ।
ਤੇ ਕਵੀ ਰਾਜ ਜੀ ਕਹਿੰਦੇ, ਹੇ ਬਾਬਾ ਨਾਨਕ ਜੀ, ਆਪਣੀ ਸੁੰਦਰ ਲਗਾਮ ਜਿਹੜੀ ਨਾ ਮੇਰੇ ਮਨ ਰੂਪੀ ਘੋੜੇ ਦੇ ਉੱਪਰ ਕੱਸ ਦਿਓ, ਇਹ ਕਾਬੂ ਆ ਜੇ ਕਿਤੇ ਤੇਰੇ ਕੋਲ ਬਹਿਣਾ ਸਿੱਖ ਲੇ। ਜਦੋਂ ਫਿਰ ਮਨ ਬਹਿਣਾ ਸਿੱਖ ਲੂਗਾ, ਹੁਣ ਉੱਥੇ ਮਹਾਰਾਜ ਕਹਿੰਦੇ ਮਨ ਜੀਤੈ ਜਗ ਜੀਤ। ਮਨ ਨਹੀਂ ਜਿੱਤਿਆ ਜਾਂਦਿਆ, ਮਨ ਨਹੀਂ ਖੜਾਉਂਦਾ। ਹੁਣ ਚਲੋ ਇੱਕ ਤੇ ਗਰੀਬ ਆ, ਉਹਨੂੰ ਦੀਦਾ ਕੁਝ ਨਹੀਂ, ਉਹ ਤੇ ਪੰਗਾ ਲੈਂਦਾ ਹੀ ਆ ਵਿਦੇਸ਼ ਦਾ, ਵੀ ਚੱਲ ਅੱਧਾ ਕਿੱਲਾ ਜਿਹੜੀ 2 ਕਨਾਲਾਂ ਵੇਚ ਕੇ ਮੈਂ ਸੈਟਿੰਗ ਕਰਾਂ। ਤੇ ਕਈ ਜਿਹੜੇ ਉਹ ਚੰਗੇ ਭਲੇ ਵੀ 50-50 ਕਿੱਲੇ ਪੈਲੀ ਛੱਡ ਕੇ, ਕੋਠੀਆਂ ਛੱਡ ਕੇ ਵਾਹ ਹੀ ਬਾਗੀ, ਨਿੱਕੇ ਨਿੱਕੇ ਬੱਚੇ 4-4 ਸਾਲਾਂ ਦੇ ਕੁਛੜ ਚੱਕ ਕੇ ਤੁਰੇ ਪਏ। ਆਪ ਤੇ ਮਰਨਾ ਹੀ ਹੈ, ਉਹਨਾਂ ਨੂੰ ਤੇ ਦੁਨੀਆ ਵੇਖ ਲੈਂਦੇ ਹੋ, ਉਹਨਾਂ ਵਿਚਾਰਿਆਂ ਨੇ ਜੇ ਕੀ ਵੇਖਿਆ। ਇਹ ਬੰਦੇ ਦੀ ਭੁੱਖ ਆ। ਤੇ ਜਪਜੀ ਸਾਹਿਬ ਸ਼ੁਰੂ ਹੀ ਇੱਥੋਂ ਹੁੰਦੇ ਆ। ਮਹਾਰਾਜ ਬਾਪੂ ਨੇ ਬਾਣੀ ਇੱਥੋਂ ਸ਼ੁਰੂ ਕੀਤੀ, ਭੁੱਖਿਆ ਭੁੱਖ ਨਾ ਉਤਰੀ ਬੰਨਾ ਪੁਰੀਆ ਹਾਰ। ਕਹਿੰਦੇ ਤੂੰ ਪੁਰੀਆਂ ਦਾ ਮਾਇਆ ਇਕੱਠੀ ਕਰ ਲਾ, ਤੇਰੀ ਭੁੱਖ ਨਹੀਂ ਨਿਕਲਦੀ। ਇਸ ਕਰਕੇ ਸੋਚਣ ਵਾਲੀ ਗੱਲ ਹੈ ਵੀ ਚਲੋ ਨੌਜਵਾਨ ਤੇ ਜਜ਼ਬਾ, ਜਾਂ ਕੋਈ ਫਸਿਆ ਜਾਵੇ, ਉਹਦੇ ਵਿੱਚ 7-8 ਬੱਚੇ ਵੀ ਨਿੱਕੇ ਨਿੱਕੇ ਮਰ ਗਏ ਹੈ। ਭੋਰਾ ਗੋਦੀ 'ਚ ਕਿੱਡੀ ਘਨੇਰੀ ਆਈ। ਇੱਥੇ ਆ ਬਈਏ ਯੂਪੀ 'ਚੋਂ ਆ ਕੇ ਕੋਠੀਆਂ ਪਾ ਗਏ ਪੰਜਾਬ। ਆ ਮੁਸਲਮਾਨ ਜੂਸ ਦੀਆਂ ਰੇਹੜੀਆਂ ਲਾਉਂਦਾ, ਉਹਨੂੰ ਮੈਂ ਪੁੱਛਿਆ, ਕਹਿੰਦਾ ਬਾਬਾ ਜੀ 1700-1800 ਰੁਪਈਆ ਦਿਹਾੜੀ ਪੈਂਦੀ, ਤੇ ਸਾਡੇ ਵਾਲਿਆਂ ਨੂੰ ਮੌਤ ਪੈਂਦੀ ਹੈ, ਕਹਿੰਦੇ ਕਰਨਾ ਹੀ ਕੁਝ ਨਹੀਂ ਆ। ਜੇ ਮਿਹਨਤ ਤਾਂ ਫਿਰ ਕਰਨੀ ਉਹ ਪੈਣੀ ਆ। ਜੇ ਉਹ ਲੋਕੀ ਤੁਹਾਡੇ ਖੱਤੇ ਆ, ਇੱਕ ਗੱਲ ਸੁਣਿਓ, ਤੁਹਾਡੇ ਕਿਸੇ ਦੇ 6 ਖੱਤੇ ਜਾਂ 7 ਖੱਤੇ, ਤੁਸੀਂ ਟਰਾਲੀਆਂ ਭਰ ਕੇ ਨਹੀਂ ਰੱਜੀ, ਉਹ ਤੁਹਾਡੀ ਅੱਗ ਲਾਈ ਮੱਕੀ ਦੀਆਂ ਛੱਲੀਆਂ ਚੁੱਕ ਕੇ ਉਹਨਾਂ ਦੇ ਵਿੱਚੋਂ ਦਾਣੇ ਭੋਰ ਕੇ ਗੀਤ ਗਾਉਂਦੇ। ਇਸ ਕਰਕੇ ਬਾਬੇ ਨੇ ਆਖਿਆ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਇਸ ਕਰਕੇ ਆਪਾਂ ਗੁਰੂ ਘਰ ਬੈਠੇ ਅਰਦਾਸ, ਤੁਹਾਡੇ ਜਿਨ੍ਹਾਂ ਦੇ ਬੱਚੇ ਗਏ ਸ਼ੁਕਰ ਕਰਿਆ ਕਰੋ, ਲੱਖ ਲੱਖ ਸ਼ੁਕਰ ਕਰਿਆ ਕਰੋ। ਇਹ ਨਾ ਛੱਡ ਦਿਆ ਕਰੋ ਸੇਵਾ ਦਰਸ਼ਨ। ਆ ਵੇਖ ਲਓ, ਹੁਣ ਇਹ ਹੱਥ ਥੋੜਾ ਸਮਾਉਣਾ, ਇਹ ਕਿਸਮਤ ਗੁਰੂ ਸਾਹਿਬ ਵੱਲ। ਹੁਣ ਗੁਰੂ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਭਾਈ। ਜਿਨ੍ਹਾਂ ਨੂੰ ਮਾਰੇ ਨੇ ਦੇਤਾ ਜਾਂ ਦੇਣਾ ਜਾਂ ਲੈਣਾ, ਮਹਾਰਾਜ ਦੇ ਚਰਨ ਫੜ ਕੇ ਰੱਖੋ। ਸਤਿਗੁਰੂ ਕਿਰਪਾ ਕਰੋ, ਪਤਤ ਉਦਾਹਰਨ ਸਤਿਗੁਰ ਮੇਰਾ, ਮੋਹਿ ਤਿਸ ਕਾ ਪਰਵਾਸਾ। ਬਖਸ਼ ਲਏ ਸਭ ਸੱਚੇ ਸਾਹਿਬ, ਸੁਣ ਨਾਨਕ ਕੀ ਅਰਦਾਸਾ। ਇਸ ਤਰ੍ਹਾਂ ਕਰਕੇ ਮਨ ਜਿਹੜਾ ਹੈ ਬਾਂਦਰ ਦੀ ਨਿਆਈ ਹੈ। ਇਹਨੇ ਨਹੀਂ ਬਾਂਦਰ ਨੇ ਰੁਕਣਾ, ਜਿੰਨਾ ਮਰਜੀ ਇਹਨੂੰ ਆਪਾਂ ਤਰੱਕੀ ਕਰ ਲਈਏ, ਇਹ ਵੱਧਦਾ ਹੀ ਜਾਂਦਾ। ਇਹਨੇ ਨਹੀਂ ਖੜਾਉਣਾ, ਇਹਨੂੰ ਬਾਣੀ ਖਿਲਾਰ ਸਕਦੀ, ਹੋਰ ਕੋਈ ਇਲਾਜ ਨਹੀਂ ਇਹਦਾ, ਨਾ ਇਹ ਟਿਕਦਾ ਹੀ ਆ। ਇਸ ਕਰਕੇ ਕਵੀ ਜੀ ਨੇ ਪ੍ਰਸੰਗ ਸ਼ੁਰੂ ਕੀਤਾ, ਸਾਰੇ ਜਾਣੇ ਹੱਥ ਜੋੜ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਹਿਲਾਂ ਮਨ ਨੂੰ ਕਾਬੂ ਕੀਤਾ। ਬਾਣੀ ਕਹਿੰਦੀ, ਦੇਹੀ ਮਾਟੀ ਬੋਲੇ ਪੌਣ ਬੋਝਰੇ ਗਿਆਨੀ। ਇਹ ਪੰਕਤੀ ਨੂੰ ਪੜੋ ਸਾਰੇ। ਦੇਹੀ ਮਾਟੀ ਬੋਲੇ ਪੌਣ ਬੋਝਰੇ ਗਿਆਨੀ। ਬੋਝਰੇ ਗਿਆਨੀ ਹੁਆ ਹੈ ਕੌਣ? ਬਾਣੀ ਕਹਿੰਦੀ ਵੀ ਆ ਜਿਹੜਾ ਤੇਰੀ ਬਾਡੀ ਆ ਨਾ, ਇਹ ਮਿੱਟੀ ਆ, ਇਹਦੇ ਵਿੱਚ ਕੌਣ ਬੋਲਣ ਦਿਆ? ਹਵਾ ਬੋਲਣ ਦੀ। ਹਵਾ, ਉਸ ਹਵਾ ਨੇ ਖਤਮ ਹੋ ਜਾਣਾ ਜਦੋਂ ਸਾਹ ਨਾ ਆਇਆ, ਤੇ ਬਾਡੀ ਤੇ ਉਹੀ ਹੁੰਦੀ, ਮੁੜ ਕੇ ਉਹ ਪਈ ਰਹਿ ਜਾਂਦੀ। ਦੇਹੀ ਮਾਟੀ ਬੋਲੇ ਪੌਣ ਤੇ ਬੋਝਰੇ ਗਿਆਨੀ। ਕਹਿੰਦੇ ਗਿਆਨੀ ਜਨ ਜਿਹੜੇ ਗੁਰੂ ਮਹਾਰਾਜ ਦੇ ਨੇੜੇ ਬਹਿੰਦੇ, ਬੁੱਝੋ ਵੀ ਗਿਆ ਕੀ। ਅੱਖਾਂ ਵੀ ਉਹ, ਕੰਨ ਵੀ, ਹੱਥ ਪੈਰ ਵੀ ਉਹੋ ਹੀ ਹੈ। ਹਵਾ ਜਾਣੀ ਸਾਹ ਨਹੀਂ ਆਇਆ ਤੇ ਦਿਲ ਦੀ ਧੜਕਣ ਖਤਮ ਹੋ ਗਈ, ਤੇ ਆਪਾਂ ਕਹਿਤਾ ਬੰਦਾ। ਤੇ ਬਾਣੀ ਕਹਿੰਦੀ, ਬੋਝਰੇ ਗਿਆਨੀ ਮੁਆ ਹੈ ਕੌਣ? ਕਿਹੜੀ ਚੀਜ਼ ਮਰੀ ਆ? ਸਾਰਾ ਕੁਝ ਤੇ ਦਿਸਣ ਦਿਆ ਸਾਹਮਣੇ, ਅੱਖਾਂ ਵੀ, ਕੰਨ, ਹੱਥ ਪੈਰ ਵੀ, ਪਰ ਇਹ ਉੱਠਦਾ ਕਿਉਂ ਨਹੀਂ ਆ? ਬਸ ਉਹੀ ਚੀਜ਼ ਮਹਾਰਾਜ ਦੇ ਲੇਖੇ ਲਾਓ, ਉਹ ਬੰਦੇ ਦੀ ਆਤਮਾ, ਬੰਦੇ ਦਾ ਜਿਹੜਾ ਦੂਜਾ ਸਰੂਪ ਮਨ। ਤੇ ਜਿਹਦਾ ਮਨ ਜੁੜ ਗਿਆ ਮਿੱਤਰੋ, ਉਹ ਤਾਂ ਕਰੋੜਾਂ ਪਤੀ ਵੀ ਗੁਰੂ ਰਾਮਦਾਸ ਦੇ ਭਾਂਡੇ ਮਾਂਜਦਾ ਹੈ, ਜੋੜੇ ਝਾੜਨ ਦਾ ਹੈ। ਕਹਿੰਦੇ ਬੱਚੇ ਜਾਣਾ, ਕਹਿੰਦੇ ਭਾਜੋ ਨਹੀਂ ਜਾਣਾ, ਮਨ ਜੁੜ ਗਿਆ, ਮਨ ਜਿੱਤਿਆ ਗਿਆ। ਮਨ ਦੀ ਗੱਲ ਹੈ, ਮੈਂ ਵੀ ਭਾਵੇਂ ਕਥਾ ਕਰ ਰਿਹਾ, ਮਨ ਮੁੰਨ ਨਹੀਂ ਖੜਾਉਂਦਾ ਜੇ ਆਖੋ ਸਤਿਨਾਮ ਵਾਹਿਗੁਰੂ। ਤਾਂ ਹੀ ਬਾਣੀ ਨੇ ਕਿਹਾ, ਮਨ ਬਸਿਆ ਵੈ ਨਾਨਕਾ, ਮਨ ਬਸਿਆ ਵੈ ਨਾਨਕਾ, ਮਨ ਬਸਿਆ ਵੈ ਨਾਨਕਾ, ਮਨ ਬਸਿਆ ਵੈ ਨਾਨਕਾ। ਜੇ ਪੂਰਨ ਕਿਰਪਾ ਹੋ
ਮਾਲਕ ਦੀ ਫਿਰ ਵਸ ਚ ਆਉਂਦਾ। ਜੇ ਮਨ ਵਸ ਆ ਗਿਆ ਤੇ ਫਿਰ ਆਨੰਦ ਹੀ ਆਨੰਦ ਆ। ਜਿੰਨਾ ਚਿਰ ਮਨ ਪਰੇਸ਼ਾਨ ਆ, ਇਹ ਦੌੜਦਾ, ਇਹਨੇ ਸਰੀਰ ਨੂੰ ਵੀ ਤੰਗੀ ਦੇਣੀ, ਉਹਨਾਂ ਚਿਰ ਤੈਨੂੰ ਹਾਸਾ ਨਹੀਂ ਆਉਣਾ, ਤੇਰਾ ਜੀ ਨਹੀਂ ਕਰਨਾ ਕਿਸੇ ਨੂੰ ਬੁਲਾਉਣ ਕਵਾਉਣ ਨੂੰ, ਕਿਉਂਕਿ ਤੂੰ ਪਰੇਸ਼ਾਨ ਹੋ ਜਾਣਾ। ਇਸ ਕਰਕੇ ਕਵੀ ਜੀ ਕਹਿੰਦੇ, ਗੁਰੂ ਨਾਨਕ ਸਾਹਿਬ ਜੀ ਤੁਹਾਡੇ ਚਰਨ ਸੋਨੇ ਦੀ ਲਗਾਮ ਦੇ ਬਰਾਬਰ, ਤੇ ਜਿਹੜਾ ਮੇਰਾ ਮਨ ਘੋੜੇ ਦੀ ਨਿਆਈ ਕਾਬੂ ਨਹੀਂ ਆਉਂਦਾ, ਖੁੱਲਾ ਫਿਰਦਾ ਹੈ, ਤੇ ਕਿਰਪਾ ਕਰਕੇ ਇਹਦੇ ਤੇ ਲਗਾਮ ਪਾ ਕੇ ਤੇ ਇਹ ਸਰੋਤਾ ਜਨਾਂ ਨੂੰ ਕਥਾ ਸੁਣਨ ਵਾਸਤੇ ਮਹਾਰਾਜ ਜੀ ਤਰਸ ਕਰਕੇ ਆਪਣੀ ਮਿਹਰ ਕਰੋ। ਚੌਪਈ ਬੈਸੇ ਸ੍ਰੀ ਗੁਰੂ ਰੂਪ ਅਨੂਪਾ। ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਬਾਲਾ ਜੀ ਕਹਿੰਦੇ, ਗਰੀਬ ਨਵਾਜ ਗੁਰੂ ਨਾਨਕ ਸਾਹਿਬ ਜੀ ਖੂਹ ਦੇ ਉੱਤੇ ਬੈਠੇ ਹਨ, ਅਨੂਪ ਸਰੂਪਾ, ਜਿਨ੍ਹਾਂ ਦਾ ਸਰੂਪ ਇੰਨਾ ਸੋਹਣਾ ਸੀ, ਮਹਾਰਾਜ ਦਾ ਰੰਗ ਨੈਣ ਨਕਸ਼ ਕਹਿੰਦੇ ਬਿਆਨ ਨਹੀਂ ਕੀਤੇ ਜਾ ਸਕਦੇ। ਮਹਾਰਾਜ ਦਾ ਸਰੂਪ ਇੰਨਾ ਪਿਆਰਾ ਸੀ, ਜਿਹੜਾ ਵੇਂਦਾ ਸੀ ਜੀ ਕਰਦਾ ਸੀ ਵੇਖੀ ਜਾਈਏ। ਅੱਜ ਵੀ ਜਿਹੜੀਆਂ ਰੂਹਾਂ ਬੰਦਗੀ ਵਾਲੀਆਂ, ਸਿਮਰਨ ਵਾਲੀਆਂ ਨਾ, ਜਿਨ੍ਹਾਂ ਨੇ ਆਪਣੇ ਆਪ ਨੂੰ ਵਿਕਾਰਾਂ ਤੋਂ ਬਚਾਇਆ, ਹੈਗੇ ਤੇ ਵਿਰਲੇ ਹੀ ਆ ਵੈਸੇ, ਜਿਨ੍ਹਾਂ ਨੇ ਬਚਾਇਆ ਨਾ, ਕਿਉਂਕਿ ਜਿਹੜੇ ਭਾਂਡੇ ਥੱਲੇ ਛੇਕ ਹੋ ਜੇ ਉਹਦੇ 'ਚ ਵਸਤੂ ਨਹੀਂ ਟਿਕਦੀ। ਹੁਣ ਭਾਵੇਂ ਆਪਾਂ ਸੇਵਾ ਕਰਦੇ ਹਾਂ, ਪਾਠ ਕਰਦੇ ਹਾਂ, ਇੰਨੇ ਸਾਲ ਆਪਣੇ ਛੇਕ ਹੋਏ ਪਏ ਵਿਕਾਰਾਂ ਦੀ। ਜੇ ਕਾਮ ਨਹੀਂ ਗਲੋਂ ਲੈਂਦਾ, ਜੇ ਉਹਦਾ ਫਾਹ ਦੇਈਦਾ ਤੇ ਕ੍ਰੋਧ ਆ ਜਾਂਦਾ। ਜੇ ਕ੍ਰੋਧ ਨੂੰ ਥੋੜਾ ਬਹੁਤ ਬਿਨਤੀ ਕਰੀਦੀ ਵੀ ਅੱਜ ਮੈਂ ਹੱਸਣਾ ਹੀ, ਅੱਜ ਮੈਂ ਗੁੱਸੇ ਨਹੀਂ ਹੋਣਾ, ਤੇ ਲੋਭ ਆ ਜਾਂਦਾ। ਜੇ ਲੋਭ ਨੂੰ 2 ਥੱਪੜ ਲਾਈ ਦੇ ਤੇ ਫਿਰ ਮੋਹ ਤੇ ਪੱਕਾ ਹੀ ਹੈ ਨਾ। ਮੋਹ ਵੇਖੋ ਕਾਹਦੇ ਨਾਲ, ਮਹਾਂਪੁਰਖਾਂ ਨੂੰ ਮੈਂ ਸੁਣ ਰਿਹਾ ਸੀ, ਕਹਿੰਦੇ ਕਈ ਬੰਦਿਆਂ ਦਾ ਮੋਹ ਸਾਰਾ ਕੁਝ ਨਹੀਂ ਛੱਡ ਕੇ ਇੱਕ ਮਾਲਾ ਤੇ ਆ ਗਿਆ। ਇਹ ਵੀ ਮੋਹ ਹੀ ਆ ਵੀ ਆ ਮੇਰੀ ਮਾਲਾ, ਇਹ ਮੇਰੇ ਕੋਲ ਇੰਨੇ ਸਾਲ ਆ, ਮੈਂ ਕਿਸੇ ਨੂੰ ਦੇਣੀ ਨਹੀਂ। ਮਾਰੇ ਕਹਿੰਦੇ ਇਹ ਕੀ ਆ, ਮੋਹ ਆ ਗਿਆ। ਮੰਨ ਲਓ ਲੋਈ ਆ ਕਿਸੇ ਕੋਲ ਪੱਕੀ, ਆਪਾਂ ਕਹਿੰਦੇ ਇਹ ਨਹੀਂ ਮੈਂ ਕਿਸੇ ਨੂੰ ਦੇਣੀ ਮੇਰੀ ਪਿਆਰੀ। ਮਾਰੇ ਕਹਿੰਦੇ ਇਹ ਵੀ ਮੋਹ ਹੀ ਆ। ਜੋ ਮਰਜੀ ਕਹਿ ਲਈ, ਕੰਬਲੀ ਸੜੀ ਫਕੀਰ ਦੀ, ਹੱਸਿਆ ਤਾੜੀ ਮਾਰ। ਕਿਸੇ ਨੇ ਆਖਿਆ ਓਏ ਤੇਰੇ ਕੋਲ ਹੋਰ ਤੇ ਕੁਝ ਨਹੀਂ, ਕੰਬਲੀ ਸੜ ਗਈ ਠੰਡ ਦੇ ਦਿਨ, ਤੇ ਫਕੀਰ ਹੱਸ ਪਿਆ। ਕਹਿੰਦੇ ਤੈਨੂੰ ਰੋਣਾ ਚਾਹੀਦਾ, ਸੜ ਗਈ ਕੰਬਲੀ, ਲੋਕਾਂ ਕੋਲ ਤੇ ਲੱਖਾਂ ਵਾ ਤਾਂ ਵੀ ਰੋਂਦਾ, ਤੇ ਤੇਰੇ ਕੋਲ ਤੇ ਇੱਕ ਕੰਬਲੀ ਸੀ ਉਹ ਵੀ ਸੜ ਗਈ, ਤੂੰ ਹੱਸਦਾ। ਕਹਿੰਦਾ ਕੰਬਲੀ ਸੜੀ ਫਕੀਰ ਦੀ, ਹੱਸਿਆ ਤਾੜੀ ਮਾਰ। ਕਹਿੰਦਾ ਚੰਗਾ ਗਲੋਂ ਲੈ ਗਿਆ ਮੋਢਿਆਂ ਉੱਤੋਂ ਪਾਰ। ਕਹਿੰਦਾ ਇਹ ਵੀ ਰੋਜ਼ ਸਤਾਉਂਦੀ ਰਹਿੰਦੀ, ਅੱਜ ਜੱਬ ਨਿਬੜ ਗਿਆ ਵੀ, ਹੁਣ ਨੰਗੇ ਆਏ ਨੰਗੇ ਜਾਣਾ, ਇਹਨੂੰ ਕਹਿੰਦੇ ਕਿਰਪਾ ਹੋਣੀ। ਤੇ ਆਪਾਂ ਕੰਬਲੀ ਕਿੱਥੇ, ਆਪਾਂ ਦੇ ਬੜੇ ਬੜੇ ਕੰਬਲ ਰੱਖੇ ਪੇਟੀਆਂ 'ਚ, ਜਿੰਦਰੇ ਲਾ ਲਾ ਕੇ। ਉਹ ਖਰਾਬ ਭਾਵੇਂ ਉੱਲੀ ਲੱਗ ਜੇ, ਕਿ ਗਰੀਬ ਨੂੰ ਦੇ ਦਿਓ ਚੰਗਾ। ਮਾਤਾ ਪੁਰਾਣੀਆਂ ਨੇ ਜ਼ਿਆਦੇ ਰੱਖੇ ਹੁੰਦੇ ਆ, ਮੁੜ ਕੇ ਰਿਵਾਜ ਲੰਘ ਜਾਂਦਾ, ਸੂਟ ਲਈ ਜਾਣੇ ਪਹਿਲਾਂ। ਹੁਣ ਗੁੱਸਾ ਨਾ ਕਰਿਓ, ਕਈਆਂ ਨੂੰ ਰੱਬ ਨੇ ਇੰਨਾ ਦਿੱਤਾ, ਉਹਨਾਂ ਨੇ ਭਰੇ ਪਏ ਸੂਟ ਕੇਸ, ਸੂਟ ਵੀ 1800 2500, ਉਹ ਦੇਣਾ ਨਹੀਂ ਕਿਸੇ ਨੂੰ, ਪਾਉਣਾ ਨਹੀਂ। ਤੇ ਜਦੋਂ ਸਾਲ ਕ ਆ ਗਿਆ, ਕਹਿੰਦੇ ਜੀ ਇਹ ਰਿਵਾਜ ਲੰਘ ਗਿਆ, ਤੇ ਫਿਰ ਉਹਨੂੰ ਅੱਗ ਲਾ ਕੇ ਲੂੰਹਦੇ ਹੁੰਦੇ। ਬੜੇ ਲੋਕੀ ਇੱਦਾਂ ਨੁਕਸਾਨ ਕਰਦੇ ਆ। ਇਸ ਕਰਕੇ ਕਹਿੰਦੇ ਜੀਂਦੇ ਜੀ ਕਰ ਲਾ ਦਾਨ ਪੁੰਨ। ਮੰਨ ਲਾ ਕਿਸੇ ਨੂੰ ਠੰਡ ਲੱਗਦੀ ਤੇ ਤੇਰੇ ਉੱਥੇ ਅੰਦਰ ਪਿਆ ਕੀ ਕਰਦਾ, ਕੱਢ ਕੇ ਲਿਆ ਕੇ ਉਹਨੂੰ ਦੇ ਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਰੇ ਸੱਚੇ ਪਾਤਸ਼ਾਹ ਕਹਿੰਦੇ ਵੀ ਛੱਡ ਦਿਓ, ਭਾਵੇਂ ਇੱਕ ਮਾਲਾ ਹੀ ਆ, ਇਹ ਵੀ ਮੋਹ ਹੀ ਆ। ਹਾਂ ਕਈ ਵਾਰ ਬੰਦਾ, ਹੁਣ ਮੰਨ ਲਓ ਤੁਹਾਨੂੰ ਗੁੱਸਾ ਤੇ ਆ ਹੀ ਜਾਣਾ, ਮੈਂ ਰਹਿੰਦਾ ਨਹੀਂ। ਹੁਣ ਕਈ ਵਾਰ ਆਪਾਂ ਸੰਗਤ 'ਚ ਬਹਿੰਦੇ ਆ ਤੇ ਆਪਾਂ ਕਹਿੰਦਾ ਮੇਰੀ ਜਗ੍ਹਾ ਤੇ ਕੋਈ ਨਾ ਬਵੇ, ਇਹ ਕੀ ਆ, ਮੋਹ ਨਹੀਂ ਆ। ਇਹੋ ਤੇ ਤੈਨੂੰ ਮਾਰੇ ਛਡਾਉਂਦਾ ਵੀ ਤੇਰਾ ਸਰੀਰ ਵੀ ਨਹੀਂ, ਤੂੰ ਕਹਿੰਦਾ ਮੇਰੀ ਜਗ੍ਹਾ ਤੇ ਪਰੇ ਹੋ, ਮੈਂ ਬਹਿਣਾ ਇੱਥੇ, ਇਹ ਵੀ ਮੋਹ ਹੀ ਜੇ। ਸਾਰਾ ਮੋਹ ਮਾਰੇ ਕਹਿੰਦੇ ਇਹਨਾਂ ਨੇ ਜਿੰਨਾ ਚਿਰ ਤੇਰਾ ਖਹਿੜਾ ਨਹੀਂ ਛੱਡਣਾ, ਉਹਨਾਂ ਚਿਰ ਤੈਨੂੰ ਸੁੱਖ ਨਹੀਂ ਆਉਣਾ। ਇਹ ਅੰਦਰੋਂ ਕੱਢਦੇ ਇਹ ਚੀਜ਼ਾਂ, ਬਸ ਭਿਖਾਰੀ ਬਣ ਜਾ ਕਿ ਮੇਰਾ ਸਵਾਸ ਵੀ ਨਹੀਂ, ਮੇਰਾ ਤਨ ਵੀ ਨਹੀਂ, ਸਾਰਾ ਕੁਝ ਪਰਮੇਸ਼ਰ ਦਾ ਹੀ ਆ। ਜਿੰਨਾ ਚਿਰ ਬੰਦੇ ਅੰਦਰ ਹਉਮੈ, ਉਹ ਫਿਰ ਛੇਕ ਕਰਨ ਦਈ ਆ। ਜਦੋਂ ਇਹ ਛੇਕ ਬੰਦ ਹੋ ਗਏ ਨਾ, ਫਿਰ ਦਿਨਾਂ 'ਚ ਹੀ ਦਰਸ਼ਨ ਹੋ ਜਾਣੇ। ਆਖੋ ਸਤਨਾਮ ਵਾਹਿਗੁਰੂ। ਇਸ ਕਰਕੇ ਕਹਿੰਦੇ ਹਨ ਕਿ ਮਹਾਰਾਜ ਸੱਚੇ ਪਾਤਸ਼ਾਹ ਅੱਜ ਵੀ ਜਿਹੜੀਆਂ ਰੂਹਾਂ ਲੱਖਾਂ 'ਚੋਂ ਇੱਕ, ਜਿਨ੍ਹਾਂ ਨੇ ਵਿਕਾਰਾਂ ਰੂਪੀ ਛੇਕ ਬੰਦ ਕਰ ਲਏ ਨਾ, ਉਹਨਾਂ ਦਾ ਚਿਹਰਾ ਇੰਨਾ ਪਿਆਰਾ, ਜੀ ਕਰਦਾ ਦਰਸ਼ਨ ਹੀ ਕਰੀਏ। ਚਾਹੇ ਉਹ ਬੁੱਢੇ ਹੋਣ, ਚਾਹੇ ਬੱਚੇ ਹੋਣ, ਚੜ੍ਹਦੀ ਜਵਾਨੀ, ਪਰ ਇਹ ਚੀਜ਼ ਬਚਨ ਨਹੀਂ ਦਿੰਦੀ ਕਿਸੇ। ਮੈਂ 1-2 ਰੂਹਾਂ ਵੇਖੀਆਂ, ਕਿਤੇ ਮਹਾਂਪੁਰਖਾਂ ਦੇ ਕੋਲ ਗਏ ਸੀ ਸੰਗਤ ਕਰਨ, ਉੱਥੇ ਦਰਸ਼ਨ ਹੋਏ ਇੱਕ ਸਿੰਘ ਦੇ ਤੇ ਇੱਕ ਬੀਬੀ ਦੇ।
ਐਦਾਂ ਲੱਗੇ ਜਿਵੇਂ ਚਿਹਰੇ ਦੇ ਵਿੱਚੋਂ ਨਾ ਗੁਲਾਬ ਦਾ ਰਸ ਚੋਰਿਆ। ਅੱਖਾਂ ਜਦੋਂ ਖੋਲ੍ਹ ਕੇ ਉਹ ਵੇਖਣ ਤੇ ਐਂ ਲੱਗੇ ਜਿਵੇਂ ਅੱਖਾਂ 'ਚੋਂ ਗੁਲਾਬ ਦੇ ਫੁੱਲ ਕਿਰਨਦੇ ਹੁੰਦੇ ਆ। ਜਦੋਂ ਉਹ ਗੱਲਾਂ ਕਰਨ ਤੇ ਮੂੰਹ ਦੇ ਵਿੱਚੋਂ ਐਂ ਲੱਗਦਾ ਜਿਵੇਂ ਫੁੱਲਾਂ ਦੀ ਆਪਣਾ ਤੇ ਸਿਸਟਮ ਸਾਰਾ ਸੜਿਆ ਮੱਚਿਆ ਪਿਆ। ਅੱਖਾਂ ਆਪਣੀਆਂ 'ਚ ਜ਼ਹਿਰ ਆ, ਅੰਦਰ ਉਂਝ ਬੁੱਬਲ ਦਿਆ ਜੀ ਕਰਦਾ ਜਿਹਨੂੰ ਮਰਜ਼ੀ ਕਿਨੇ ਲੜਨਾ ਅੱਜ ਕਿਸੇ ਨੇ ਜੀ ਕਰਦਾ। ਜਿਹਦਾ ਕਿਤੇ ਨਹੀਂ ਜ਼ੋਰ ਚੱਲਦਾ ਉਹ ਕਹਿੰਦੇ ਚੱਲ ਗੁਰਦੁਆਰੇ ਚੱਲਦੇ ਹਾਂ, ਉੱਥੇ ਤੇ ਕੋਈ ਨਾ ਕੋਈ ਵਾਜੀ ਜਾਣਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ, ਅਸੀਂ ਲੱਭਦੇ ਰਹਿੰਦੇ ਆਪਣਾ ਗੁਬਾਰ ਕੱਢਣ ਲਈ। ਠੀਕ ਆ ਜੀ, ਤੁਸੀਂ ਮੇਰੇ ਨਾਲ ਕਰ ਲੈਂਦੇ, ਮੈਂ ਵੀ ਤੁਹਾਡੇ ਨਾਲ ਕਰ ਲੈਣਾ। ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਇਹ ਜਿਹੜਾ ਰਸ ਹੈ ਨਾ ਰੂਪ ਦਾ, ਇਹ ਜਦੋਂ ਪੂਰੇ ਦਰਵਾਜ਼ੇ ਬੰਦ ਕਰਤੇ ਨਾ, ਬਾਬਾ ਹਜ਼ਾਰਾ ਸਿੰਘ ਜੀ ਮਹਾਂਪੁਰਖ ਨਿੱਕੇ ਘੁੰਮਣਾ ਵਾਲੇ, ਉਹ ਸਾਧੂਆਂ ਦਾ ਬਚਨ ਮੈਂ ਅੱਗੇ ਵੀ ਸੁਣਾਇਆ, ਅੱਜ ਫੇਰ ਸੁਣਾ ਦਿੰਦੇ ਆ। ਬਾਬਾ ਜੀ ਸਾਦੇ ਜੇ ਸੀ, ਉਹਨਾਂ ਪਰਨਾ ਬੰਨਣਾ ਤੇ ਕੁੜਤੀ ਪਾਉਣੀ, ਹੱਥ 'ਚ ਖੂੰਡਾ ਹੁੰਦਾ ਸੀ ਡੰਡਾ। ਇੱਕ ਵਾਰੀ ਬੈਠੇ ਸੰਗਤ ਵਿੱਚ ਬੋਰੀ ਤੇ ਕੋਈ ਜ਼ਿਮੀਂਦਾਰ ਆ ਗਿਆ, ਉਹਨੂੰ ਪਤਾ ਤੇ ਇੰਨਾ ਹੈ ਨਹੀਂ ਸੀ, ਕਿਤੇ ਸੁਣਿਆ ਉਹ ਕਥਾ 'ਚ। ਕਹਿੰਦਾ ਬਾਬਾ ਜੀ 10ਵਾਂ ਦਵਾਰ ਕਿਵੇਂ ਖੁੱਲ੍ਹਦਾ? ਤੇ ਮਹਾਂਪੁਰਖ ਕਹਿੰਦੇ ਤੂੰ ਖੋਲ ਕੇ ਕੀ ਲੈਣਾ? ਕਹਿੰਦੇ ਨਹੀਂ ਜੀ ਮੈਂ ਸੁਣਿਆ ਸੀ ਸਮਾਗਮ ਵਿੱਚ ਵੀ ਜਿਨ੍ਹਾਂ ਦਾ 10ਵਾਂ ਖੁੱਲ੍ਹ ਗਿਆ ਉਹ ਦੁਨੀਆਦਾਰੀ ਤੋਂ ਸੁਰਖਰੂ ਹੋ ਗਏ। ਉਹ ਪਹੁੰਚ ਗਏ ਉਹਦੇ ਬੇਗਮਪੁਰੇ ਸ਼ਹਿਰ, ਜਿਹੜਾ ਭਗਤ ਰਵਿਦਾਸ ਦਾ ਸ਼ਬਦ ਆ ਵੀ ਉੱਥੇ ਆਨੰਦ ਹੀ ਆਨੰਦ ਆ। ਉਹ ਜਿੱਦਾਂ ਜਿਨ੍ਹਾਂ ਦਾ 10ਵਾਂ ਖੁੱਲ੍ਹ ਜਾਂਦਾ। ਤੇ ਮਹਾਂਪੁਰਖਾਂ ਨੂੰ ਜਿੱਦ ਪੈ ਗਿਆ, ਸਾਧੂ ਵੇਖੋ ਕੈਸੇ। ਕਹਿੰਦੇ ਬਹਿ ਜਾ, ਕੀ ਕੰਮ ਕਰਦਾ? ਕਹਿੰਦੇ ਜੀ ਖੇਤੀਬਾੜੀ। ਉਹਨਾਂ ਨੇ ਫਿਰ ਉਹੋ ਜਿਹਾ ਤਰੀਕਾ ਵੇਖਿਆ ਵੀ ਇਹਨੂੰ ਸਮਝ ਨਹੀਂ ਆਉਣੀ, ਵੀ ਜੇ ਕਿਤਾਬੀ ਗੱਲ ਕੀਤੀ ਗਿਆਨ ਦੀ। ਤੇ ਮਹਾਂਪੁਰਖ ਕਹਿੰਦੇ ਵੀ ਨੱਕਾ ਬੰਦ ਕੀਤਾ ਕਦੇ? ਕਹਿੰਦੇ ਜੀ ਜ਼ਿਮੀਂਦਾਰ ਨੇ ਨੱਕੇ ਹੀ ਬੰਦ ਕੀਤੇ ਸਾਰੀ ਜ਼ਿੰਦਗੀ ਪਿਓ ਦਾਦਿਆਂ ਤੋਂ। ਤੇ ਮਹਾਂਪੁਰਖ ਕਹਿੰਦੇ ਸਾਨੂੰ ਦੱਸ ਫਿਰ। ਸੰਗਤ ਬੈਠੀ ਜੀ ਕਿੱਦਾਂ ਬੰਦ ਕੀਤਾ ਨੱਕਾ? ਇਹ ਗੱਲ ਦੇ ਵਿੱਚ ਗਿਆਨ ਬੜਾ ਡੂੰਘਾ ਜੀ। ਇੱਕ ਗੱਲ ਮੇਰੇ ਭੈਣੋਂ ਵੀਰੋ, ਆਪਾਂ ਗੁਰੂ ਦੀ ਹਜ਼ੂਰੀ 'ਚ ਕਈ ਵਾਰੀ ਪੜ੍ਹਿਆ ਨਹੀਂ ਹੁੰਦਾ ਸਹਿਜ ਸੁਭਾਅ ਬਚਨ, ਇਹਨੂੰ ਸੰਭਾਲ ਲਿਆ ਕਰੋ। ਇਹ ਨਾ ਕੰਨ ਰਸ ਬਣਾ ਛੱਡਿਓ ਵੀ ਅੱਜ ਬਾਬਾ ਜੀ ਨੇ ਆਹ ਗੱਲ ਸੁਣਾਈ ਤੇ ਹੱਸ ਖੇਡ ਲਿਆ। ਤੇ ਇਹ ਸਮਾਂ ਹੀ ਹੁੰਦਾ ਕੋਈ, ਸਾਂਭਿਆ ਕਰੋ ਇਹਨਾਂ ਚੀਜ਼ਾਂ ਨੂੰ। ਹੋ ਸਕਦਾ ਮੈਂ ਤੁਹਾਨੂੰ ਸੁਣਾ ਕੇ ਚੱਲ ਜਾ, ਤੁਸੀਂ ਸਾਂਭ ਲਓ, ਤੁਹਾਨੂੰ ਵੱਧ ਪਦਵੀ ਮਿਲ ਜਾਏ। ਜਿੱਦਾਂ ਕਹਿੰਦੇ ਨਾ ਨਲਕਾ ਜਿਹੜਾ ਉਹ ਪਾਣੀ ਦੂਜਿਆਂ ਨੂੰ ਪਿਆਈ ਜਾਂਦਾ, ਆਪ ਸੁੱਕਾ ਹੀ ਰਹਿੰਦਾ। ਉਹ ਗੱਲ ਸਾਡੀ ਕਥਾਵਾਚਕਾਂ ਦੀ ਹੈ। ਕਈ ਵਾਰੀ ਇੱਦਾਂ ਦਾ ਖਜ਼ਾਨਾ ਸੰਗਤ ਨੂੰ ਵੰਡ ਜਾਂਦੇ ਆ, ਆਪਦੇ ਕੋਲੇ ਭਾਵੇਂ ਕੱਖ ਨਹੀਂ ਹੈਗਾ, ਕਿਉਂਕਿ ਇਸ ਵੇਲੇ ਉਹ ਵਰਤਨ ਦਿਆ ਨਾ ਵਿੱਚ ਤੁਸੀਂ ਰੱਬ ਰੂਪ ਜੇ। ਆਪਣੀ ਜ਼ਿੰਦਗੀ ਸਾਡੀ ਸਵਾਹ ਹੀ ਆ, ਪਰ ਜਦੋਂ ਇੱਥੇ ਬਹਿ ਜਾਈਦਾ ਫਿਰ ਆਪ ਆ ਜਾਂਦੇ ਸਤਿਗੁਰੂ, ਆਪ ਹੀ ਸਿਰ 'ਤੇ ਹੱਥ ਰੱਖ ਕੇ ਕਿਰਪਾ ਹੁੰਦੀ, ਕਿਉਂਕਿ ਉਹ ਸਾਰਾ ਤੁਸੀਂ ਬਚਨ ਕਮਾ ਜਿਓ ਵੱਧ। ਤੇ ਬਾਬਾ ਜੀ ਕਹਿੰਦੇ ਚੱਲ ਫਿਰ ਸਾਨੂੰ ਦੱਸ ਕਿੱਦਾਂ ਨੱਕਾ ਬੰਨੀ ਦਾ? ਕਹਿੰਦੇ ਜੀ ਦਾ ਟੱਪਾ ਮਿੱਟੀ ਪੁੱਟ ਕੇ ਜਿੱਥੇ ਬੰਨਣਾ ਉਹ 'ਚ ਸੁੱਟ ਕੇ ਫਿਰ ਉਹਨੂੰ ਪੈਰਾਂ ਨਾਲ ਨੱਪ ਕੇ ਫਿਰ ਦੂਜਾ ਫਿਰ ਤੀਜਾ ਟੱਪਾ, ਫਿਰ ਕਹਿੰਦੇ ਵੱਜ ਗਿਆ ਨੱਕਾ। ਮਹਾਂਪੁਰਖ ਹੱਸਦੇ ਕਹਿੰਦੇ ਖੁੱਲ੍ਹ ਗਿਆ 10ਵਾਂ। ਕਹਿੰਦੇ ਬਾਬਾ ਜੀ ਇੰਨੀ ਗੱਲ ਤੇ ਮੈਨੂੰ ਹੀ ਪਤਾ ਵਾ, 10ਵਾਂ ਕਿੱਦਾਂ ਖੁੱਲ੍ਹ ਗਿਆ? ਕਹਿੰਦੇ ਜਦੋਂ ਨੱਕਾ ਵੱਧਾ ਤੇ ਤੂੰ ਮਿੱਟੀ ਨੂੰ ਨੱਪਿਆ ਕਿਉਂ? ਕਹਿੰਦੇ ਇਸ ਕਰਕੇ ਵੀ ਵਿੱਚ ਦੀ ਸਰਾਖ ਨਾ ਪਵੇ, ਫਿਰ ਮਿੱਟੀ ਪੋਲੀ ਰਹਿ ਜੇ, ਵਿੱਚ ਸੀਰ ਪੈ ਜੇ ਤੇ ਮੂੰਹਾਂ ਬੋਲੋ ਜੀ ਟੁੱਟ ਜਾਂਦਾ ਏ। ਕਹਿੰਦੇ ਇਸ ਕਰਕੇ ਨੱਪਿਆ ਵੀ ਟੁੱਟੇ ਨਾ। ਤੇ ਬਾਬਾ ਜੀ ਉੱਠ ਕੇ ਸੋਟਾ ਲੈ ਕੇ ਚੱਲਣ ਲੱਗੇ ਨੇ, ਮੂੰਹ ਸਿਰ ਤੇ ਦੇ ਜੋ ਮਹਾਂਪੁਰਖੋ। ਕਹਿੰਦੇ 9 ਨੱਕੇ ਬੰਦ ਕਰਦੇ 10ਵਾਂ ਖੁੱਲ ਜੂਗਾ, ਕਰੀ ਨੱਪ ਕੇ ਬੰਦ। ਕਹਿੰਦੇ ਬਾਬਾ ਜੀ 9 ਨੱਕੇ ਕਿਹੜੇ? ਮਹਾਰਾਜ ਕਹਿੰਦੇ ਪਹਿਲਾ ਨੱਕਾ ਅੱਖਾਂ ਦਾ, ਸਭ ਤੋਂ ਪਹਿਲਾਂ ਤੇ ਇਹ ਵੱਡਾ ਹੀ ਆ, ਬਹੁਤ ਪਿੜ ਖੁੱਲਾ, ਇਹ ਨਹੀਂ ਵੱਜਦਾ। ਐ ਮੰਨ ਲਓ ਹੁਣ ਆਪਾਂ ਅੱਖਾਂ ਮੀਟ ਲਈਆਂ ਨਾ, ਪਲਕਾਂ ਬੰਦ ਹੋ ਗਈਆਂ ਵਾ ਤੇ ਅੱਖਾਂ ਅਜੇ ਵੇਖਣ ਦੀਆਂ। ਮੰਨ ਲਓ ਹੁਣ ਅੱਖਾਂ ਬੰਦ ਕੀਤੀਆਂ ਵਾ, ਤੁਹਾਡਾ ਮੈਨੂੰ ਕੁਛ ਨਹੀਂ ਚਿਹਰਾ ਦੀਦਾ, ਪਰ ਜਿਹੜੇ ਅੰਦਰ ਚਿਹਰੇ ਵਸੇ ਪਏ ਉਹ ਤਾਂ ਫੇਰ ਵੀ ਸਾਹਮਣੇ ਆਉਂਦੇ ਆ। ਕਹਿੰਦੇ ਸਭ ਤੋਂ ਵੱਡਾ ਨੱਕਾ ਜਿਹੜਾ ਅੱਖਾਂ ਦਾ, ਪਹਿਲਾਂ ਤਾਂ ਇਹਨੂੰ ਬੰਦ ਕਰੋ ਨੱਪ ਕੇ, ਕਿਉਂਕਿ ਇਹੋ ਹੀ ਜੱਬ ਪਾਉਂਦੇ। ਉਹ ਜਦੋਂ ਬਾਹਰਲੇ ਵੀਡੀਓ 'ਚ ਨਹੀਂ ਪਾਉਂਦੇ, ਵੀਡੀਓ ਕਾਲ ਕਰਦੇ ਤੇ ਉੱਥੇ ਬਰਫ਼ ਜੀ ਤੇ ਰੁੱਖ ਜੇ ਤੇ ਉਹ ਵੇਖ ਕੇ ਤੇ ਬੰਦਾ ਕਹਿੰਦਾ ਹਾਏ ਹੁਣ ਮੈਂ ਵੀ ਪੱਕਾ। ਅੱਖਾਂ ਨੇ ਵੇਖਿਆ ਵੀ ਇਹਦੇ ਕੱਪੜੇ ਕਿੱਡੇ ਸੋਹਣੇ, ਘਰ ਕਿੱਡਾ ਸੋਹਣਾ, ਉੱਥੇ ਮਾਹੌਲ ਇੱਦਾਂ ਦਾ, ਇੱਥੇ ਤੇ ਗੋੜੇ ਗੋੜੇ ਗੰਦਗੀ ਆ ਤੇ ਪੈ ਗਿਆ ਨਾ ਜੱਬ। ਅੱਖਾਂ ਵੇਂਦੀਆਂ ਵਾ, ਕੰਨ ਸੁਣਦੇ ਆ, ਤੇ ਫਿਰ ਹਿਰਦਾ ਜਿਹੜਾ ਉਹ ਉਸ ਚੀਜ਼ ਨੂੰ ਚਾਹੁੰਦਾ ਵਾ।
ਤੇ ਬਾਬਾ ਹਜ਼ਾਰਾ ਸਿੰਘ ਜੀ ਮਹਾਂਪੁਰਖ ਕਹਿੰਦੇ 9 ਨੱਕੇ ਘੁੱਟ ਕੇ ਬੰਦ ਕਰ ਦਿਓ, ਭਾਵ ਪਹਿਲਾਂ ਤੇ ਅੱਖਾਂ ਸੰਭਾਲ ਲਓ, ਇਹਨਾਂ ਨੂੰ ਬਾਣੀ ਵੱਲ ਲਾ ਦਿਓ, ਚੰਗੇ ਰਹੋਗੇ ਜਿਹੜੇ 10 ਸਾਲ ਹੈਗੇ ਆ। ਦੂਜਾ ਨੱਕਾ ਕੰਨ, ਕਿਸੇ ਦੀ ਸੁਣੋ ਗਿਣੋ ਨਾ, ਬੁਰੀ ਹਾਲਤ ਦੁਨੀਆ ਦੀ। ਤੇ ਤੀਜਾ ਨੱਕਾ ਜੇ ਮੂੰਹ। ਇਸ ਤਰ੍ਹਾਂ ਮਹਾਂਪੁਰਖਾਂ ਨੇ 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ ਇੱਕ ਨਾ, 10ਵਾਂ ਦੁਆਰ ਦਿਖਾਇਆ। ਤੇ ਬੜੀ ਸੌਖੀ ਜੀ ਉਦਾਹਰਨ ਮਹਾਂਪੁਰਖਾਂ ਦਿੱਤੀ। ਤੇ ਮੈਂ ਜਦੋਂ ਇਹ ਬਚਨ ਸੁਣੇ ਪੜ੍ਹੇ ਤੇ ਇਹਨਾਂ ਨੂੰ ਤਕਰੀਬਨ ਮੈਨੂੰ 8-9 ਮਹੀਨੇ ਹੋ ਗਏ ਸ਼ਬਦ ਨੂੰ, ਜਦੋਂ ਮੈਂ ਪਹਿਲੀ ਵਾਰੀ ਸੁਣਿਆ। ਤੇ ਮੈਂ ਯਤਨ ਕੀਤਾ ਬੰਦ ਕਰਨ ਦਾ, ਪਰ ਨਹੀਂ ਹੋਏ। ਇਹ ਤੇ ਗੁਰੂ ਹੀ ਕਿਰਪਾ ਕਰੇ, ਬਸ ਨਹੀਂ ਹੁੰਦੇ। ਮੰਨ ਲਓ ਸਵੇਰੇ ਫੈਸਲਾ ਕੀਤਾ ਵੀ ਅੱਜ ਅੱਖਾਂ ਨਾਲ ਗਲਤ ਨਹੀਂ ਵੇਖਣਾ, ਸਾਰਾ ਦਿਨ ਕੱਢ ਲਿਆ, ਜਦੋਂ ਸ਼ਾਮਾਂ ਪਈਆਂ ਤੇ ਉਸ ਵੇਲੇ ਭੱਠਾ ਬਹਿ ਗਿਆ, ਆਖੋ ਸਤਿਨਾਮ ਵਾਹਿਗੁਰੂ। ਸਾਰਾ ਦਿਨ ਕੱਢ ਲਿਆ, ਬਿਲਕੁਲ ਸੰਭਾਲ ਕੇ ਸੱਚ ਦੱਸਦੇ ਆ। ਤੇ ਸ਼ਾਮਾਂ ਦੇ ਵੇਲੇ ਇਦਾਂ ਦਾ ਸਿਸਟਮ ਵਿਗੜਿਆ ਵੀ ਸਵੇਰ ਦਾ ਕੀਤਾ ਕਰਾ ਖੂਜ ਪੈ ਗਿਆ। ਇੱਕ ਦਿਨ ਸੋਚਿਆ ਵੀ ਚੱਲ ਅੱਜ ਕੰਨਾਂ ਦਾ ਨੱਕਾ ਬੰਦ ਕਰਕੇ ਵੇਹਣੇ ਆ, ਵੀ ਅੱਜ ਸਾਰਾ ਦਿਨ ਨਾ ਕਿਸੇ ਦੇ ਕੋਲ ਨਹੀਂ ਬਹਿਣਾ, ਜਾਣੀ ਬਾਣੀ ਦੇ ਕੋਲ ਬਹਿਣਾ ਵਾ। ਕੀਰਤਨ ਲਾ ਲਿਆ, ਮੋਬਾਈਲ 'ਚ ਕਥਾ ਲਾ ਲਈ, ਤੇ ਜਾਂ ਗੁਰੂ ਸਾਹਿਬ ਕੋਲ ਆ ਗਏ। ਉਹ ਵੀ ਇਦਾਂ ਹੀ ਹੋਇਆ, ਸਾਰਾ ਦਿਨ ਨੱਕਾ ਬੰਦ ਰੱਖਿਆ। ਜਦੋਂ ਸੌਣ ਲੱਗੇ ਤੇ ਕੋਈ ਫੋਨ ਹੀ ਇਦਾਂ ਦਾ ਆ ਗਿਆ, ਉਹ ਸਵੇਰ ਦੀ ਕੀਤੀ ਕਰਾਈ ਚੁੱਲ੍ਹੇ 'ਚ ਪਾ ਦਿੱਤੀ। ਉਹ ਗੱਲ ਹੀ ਇਦਾਂ ਦੀ ਛੇੜ ਲਈ ਫੋਨ ਤੇ ਵੀ ਉਹ ਪਤਾ ਨਹੀਂ ਕਿੰਨਿਆਂ ਕੁ ਦੀ ਮੈਲ ਧੋਤੀ। ਫਿਰ ਅਗਲੇ ਦਿਨ ਇਹ ਵੇਖਿਆ ਵੀ ਚੱਲ ਅੱਜ ਮੂੰਹ ਵਾਲਾ ਨੱਕਾ ਬੰਦ ਕਰਕੇ ਵੇਹਣੇ ਆ। ਇਹਨੇ ਦੁਪਹਿਰ ਵੀ ਨਹੀਂ ਕੱਢੀ, ਆਖੋ ਸਤ। ਉਹ ਦੂਜੇ ਦੋਵੇਂ ਤੇ ਸ਼ਾਮਾਂ ਤੱਕ ਵੱਜੇ ਰਹਿਣਾ। ਇਹ ਆਮ ਜੀ ਉਦਾਹਰਨ ਹੈ, ਕਿਉਂਕਿ ਜਦੋਂ ਸੁਣੀਏ ਤੇ ਉਹਨੂੰ ਫਿਰ ਮੰਨਣ ਦਾ ਯਤਨ ਕਰੀਦਾ ਕਿ ਕਿਤੇ ਸਾਡਾ ਵੀ ਖੁੱਲ ਜੇ। ਮਾਰੇ ਕਹਿੰਦੇ ਹੋਣੇ ਅਜੇ ਭਗਤੀ ਕਰੋ, ਹਜੇ ਨਹੀਂ ਗੱਲ ਬਣਨੀ। ਇਹ 9 ਦਰਵਾਜ਼ੇ ਜਿਹੜੇ 9 ਨੱਕੇ ਆ ਨਾ, ਇਹ ਬੰਦ ਕਰ ਗਿਆ ਜਿਹੜਾ ਉਹਦਾ 10ਵਾਂ। ਇਹ ਕਿਤੇ ਗੁਰੂ ਹੀ ਬਸ ਕਰੇ ਕਿਰਪਾ। ਤਾਂ ਫਿਰ ਕਹਿੰਦੇ ਮਹਾਰਾਜ ਬੈਠੇ ਸ੍ਰੀ ਗੁਰੂ ਰੂਪ ਅਨੂਪਾ। ਮਹਾਰਾਜ ਜੀ ਖੂਹ ਤੇ ਬੈਠੇ ਨੇ, ਤੇ ਮਹਾਰਾਜ ਦਾ ਸੁੰਦਰ ਚਿਹਰਾ ਇੰਨਾ ਹੈ ਕਿ ਪੰਛੀ ਵੀ ਦਰਸ਼ਨ ਕਰਦੇ ਆ, ਹਵਾ ਵੀ ਦਰਸ਼ਨ ਕਰਦੀ ਆ, ਹੋਰ ਜਿਤਨੇ 84 ਲੱਖ ਜੀਵ ਜੰਤੂ ਮਹਾਰਾਜ ਦਾ ਸਰੂਪ ਵੇਖਦੇ ਹਨ। ਹੋਰ ਪਿਤਾ ਕੋ ਤੁਜ ਕੁਪਾ। ਕਹਿੰਦੇ ਅੰਦਰ ਭਾਣ ਜੀ ਭਾਈ ਬਾਲਾ ਜੀ ਦੇ ਪਿਤਾ ਜੀ ਨੇ ਖੂਹ ਬਣਾਇਆ ਬੜੀ ਰੀਝ ਨਾਲ, ਛੋਟੀ ਇੱਟ ਦਾ, ਪੁਰਾਣੇ ਖੂਹ ਜਿਹੜੇ, ਉਹ ਬੜਾ ਸੁੰਦਰ ਖੂਹ ਬਣਾਇਆ ਹੈ ਬੜੀ ਰੀਝ ਦੇ ਨਾਲ। ਉਸ ਖੂਹ ਦੇ ਉੱਤੇ ਅੱਜ ਰੱਬ ਨੇ ਆਸਣ ਲਾਇਆ ਹੈ। ਤਹਿ ਬਿਲੋਕ ਇੱਕ ਨਰਗ ਨਗਰੀ। ਕਹਿੰਦੇ ਉੱਥੇ ਦਾਸ ਭਾਈ ਮਰਦਾਨਾ ਤੇ ਮੇਰਾ ਨਾਨਕ ਬੈਠੇ ਸੀ। ਇਹ ਰਾਏ ਭੋਏ ਦੀ ਤਲਵੰਡੀ ਦਾ ਇੱਕ ਜੀਵ, ਇੱਕ ਮਨੁੱਖ ਆਇਆ। ਉਹਨੇ ਸਾਨੂੰ ਉੱਥੇ ਬੈਠਿਆਂ ਨੂੰ ਵੇਖਣਾ ਕੀਤਾ। ਘਰ ਕਾਲੂ ਕੇ ਸੁਧ ਦੀ ਸਗਰੀ। ਕਹਿੰਦੇ ਉਹ ਤਾਂ ਮਹਾਰਾਜ ਦੇ ਦੀਦਾਰ ਕਰਕੇ ਸਾਡੇ ਤੇ ਰੁਕਿਆ ਹੀ ਨਹੀਂ। ਬੜੀ ਜਲਦੀ ਦੇ ਨਾਲ ਮਹਿਤਾ ਕਾਲੂ ਜੀ ਦੇ ਘਰ ਉਹਨੇ ਜਾ ਕਰਕੇ ਦੱਸਣਾ ਕੀਤਾ। ਸੁਨਿਓ ਸ਼ਰੋਨ ਜਬ ਕਾਲੂ ਲਾਲੂ। ਕਹਿੰਦੇ ਜਦੋਂ ਪਿਤਾ ਮਹਿਤਾ ਕਾਲੂ ਜੀ, ਭਾਵੇਂ ਗੁੱਸਾ ਜੋ ਮਰਜੀ ਹੈ ਤਾਂ ਰੱਬ ਦੀ ਪੁੱਤਰ ਤੇ ਪੋਤੀ ਹੁੰਦਾ ਨਾ, ਭਾਵੇਂ ਅਮਲੀ ਹੋਵੇ, ਭਾਵੇਂ ਲੜਾਕਾ ਹੋਵੇ, ਨਕੰਮਾ ਹੋਵੇ, ਪੁੱਤ ਪੋਤੀ ਹੁੰਦਾ। ਭਾਵੇਂ ਮੈਂ ਕਈ ਵਾਰੀ ਵੇਖਿਆ ਪੁੱਤ ਮਾਂ ਦੇ ਚਪੇੜਾ ਮਾਰਦੇ, ਗਾਲਾਂ ਕੱਢਦੇ, ਸਿਰ ਪਾੜਦੇ, ਉਹ ਕਮਲੀ ਫੇਰ ਵੀ ਜਿੱਦਾਂ ਇੱਕ ਸੁਣਾਉਂਦੇ ਹੁੰਦੇ ਸੀ ਨਾ ਪੁਰਾਣੇ ਬਜ਼ੁਰਗ, ਵੀ ਕਿਸੇ ਨਾਲ ਪਿਆਰ ਹੋ ਗਿਆ, ਮੇਰੇ ਵਰਗੇ ਬਾਂਦਰ ਨੂੰ, ਤੇ ਉਹਨੂੰ ਜਿਹਦੇ ਨਾਲ ਪਿਆਰ ਹੋ ਗਿਆ ਤੇ ਉਹ ਕਹਿੰਦਾ ਵਿਆਹ ਕਰਾ। ਉਹ ਕਹਿੰਦੀ ਇੱਕ ਸ਼ਰਤ ਆ, ਵਿਆਹ ਤਾਂ ਕਰਾਉਂਗੀ ਆਪਣੀ ਮਾਂ ਦਾ ਦਿਲ ਲਿਆ, ਹੈ ਨਾ। ਬੜੇ ਚਿਰ ਦੀ ਸੁਣੀ ਇਹ ਗੱਲ। ਤੇ ਉਹਨੇ ਕੀ ਕੀਤਾ, ਕਿਉਂਕਿ ਮੈਂ ਸ਼ਬਦ ਤਾਂ ਬਾਂਦਰ ਵਰਤਿਆ, ਗੁੱਸਾ ਨਾ ਕਰੋ, ਤੁਸੀਂ ਮੈਨੂੰ ਪਿਆਰ ਕਰਦੇ, ਮਨ ਬਾਂਦਰ ਆ। ਤੇ ਬਾਂਦਰ ਨੂੰ ਗੁਰਬਾਣੀ ਦੇ ਵਿੱਚ ਵੀ ਜ਼ਿਕਰ ਕੀਤਾ ਤੇ ਬਾਂਦਰ ਜਿਹੜਾ ਇਹਦਾ ਘਰ ਨਹੀਂ ਹੁੰਦਾ। ਬਾਕੀ ਜਿੰਨੇ ਵੀ ਪਸ਼ੂ ਪੰਛੀ ਇਹਨਾਂ ਦਾ ਕੋਈ ਨਾ ਕੋਈ ਟਿਕਾਣਾ ਹੁੰਦਾ, ਬਾਂਦਰ ਦਾ ਕੋਈ ਟਿਕਾਣਾ ਨਹੀਂ। ਇਹ ਮਨ ਬਾਂਦਰ ਹੈ, ਇਹ ਨਹੀਂ ਜੇ ਟਿਕਦਾ ਕਿਤੇ ਵੀ। ਇਸ ਕਰਕੇ ਜਾ ਕੇ ਆਪਣੀ ਮਾਂ ਨੂੰ ਕਹਿੰਦਾ ਵੀ ਮਾਂ ਮੈਨੂੰ ਮਾਫ ਕਰੀ ਤੇ ਅੱਜ ਤੇਰੀ ਮੌਤ ਆਈ ਹੈ। ਉਹ ਕਹਿੰਦੀ ਛੱਗਾ ਪੁੱਤ ਉਹ ਤੇ ਆਉਣੀ ਟਾਈਮ ਨਾ ਆ ਗਈ। ਕਹਿੰਦੇ ਨਹੀਂ ਮੇਰੇ ਹੱਥੋਂ ਆਈ ਆ। ਕਹਿੰਦੀ ਪੁੱਤ ਮਾਰ ਲੈ ਜੇ ਤੈਨੂੰ ਮੈਨੂੰ ਮਾਰ ਕੇ ਠੰਡ ਪੈਂਦੀ ਤੇ। ਕਹਿੰਦਾ ਵੀ ਮੈਂ ਜਿਹਦੇ ਨਾਲ ਵਿਆਹ ਕਰਾਉਣਾ ਨਾ ਉਹ ਸੋਹਣੀ ਬਹੁਤ ਆ ਬੀਬੀ ਤੇ ਮੈਨੂੰ ਪਸੰਦ ਆ। ਤੇ ਉਹਨੇ ਆਖਿਆ ਮੈਨੂੰ ਤੋਹਫਾ ਦੇ। ਇਹ ਸਾਖੀਆਂ ਪੁਰਾਣੀਆਂ, ਇਹਨਾਂ 'ਚ ਗਿਆਨ ਬੜਾ ਸੀ। ਭਾਵੇਂ ਵੇਖਣ ਨੂੰ ਚੁਟਕਲਾ ਜਿਹਾ ਲੱਗਦਾ, ਪਰ ਗਿਆਨ ਬੜਾ ਡੂੰਘਾ।
ਤੇ ਉਹਨੇ ਆਖਿਆ ਵੀ ਉਹਨੇ ਦਿਲ ਮੰਗਿਆ ਤੇਰਾ। ਕਹਿੰਦੀ ਲੈ ਪੁੱਤ, ਜੇ ਮੇਰੇ ਦਿਲ ਨਾਲ ਤੇਰਾ ਘਰ ਵਸਦਾ ਤੇ ਫਿਰ ਕੀ ਆ, ਮੈਂ ਤੈਨੂੰ ਜੰਮਿਆ ਪਾਲਿਆ ਪੜ੍ਹਾਇਆ ਲਿਖਾਇਆ ਤੇਰੇ ਕਰਕੇ, ਤੇ ਮੈਂ ਆਪਣਾ ਨੂਰ ਗਵਾਇਆ। ਮੈਂ ਆਪਣੇ ਆਪ ਨੂੰ, ਜਦੋਂ ਤੇਰਾ ਜਨਮ ਹੋਇਆ ਡਾਕਟਰਾਂ ਨੇ ਇਹ ਗੱਲ ਕਹੀ ਸੀ ਵੀ ਇੱਕ ਜਾਣਾ ਹੀ ਬਚਣਾ, ਬੀਬੀ ਬਚੂ ਜਾਂ ਮਾਂ ਬਚੂ ਜਾਂ ਬੱਚਾ, ਤੇ ਮੈਂ ਲਿਖਤਾ ਸੀ ਵੀ ਮੈਨੂੰ ਮਰ ਜਾਂਦਿਓ, ਮੇਰਾ ਬੱਚਾ ਬਚਾ ਲਿਓ। ਚਲ ਰੱਬ ਨੇ ਕਿਰਪਾ ਕਰਤਾ, ਮੈਂ ਉਦੋਂ ਬਚ ਗਈ। ਭਾਈ ਗੁਰਦਾਸ ਜੀ ਕਹਿੰਦੇ ਹਜ਼ਾਰਾਂ ਬਿੱਛੂ ਡੰਗ ਮਾਰਨ, ਇੰਨਾ ਦਰਦ ਹੁੰਦਾ ਜਦੋਂ ਮਾਂ ਬੱਚੇ ਨੂੰ ਜਨਮ ਦਿੰਦੀ ਆ। ਇਹਨੂੰ ਭਾਵਨਾ ਨਾ ਸੁਣਦਾ। ਕਹਿੰਦੇ ਪੁੱਤ ਮੈਂ ਤੁਹਾਡਾ ਕਰਕੇ ਸਭ ਕੁਝ ਗਵਾਇਆ, ਆਪਣਾ ਮਾਂ ਪਿਓ ਛੱਡ ਕੇ ਆਈ, ਸਾਰਾ ਘਰ ਬਾਰ ਤੁਹਾਡੇ ਕਰਕੇ, ਤੁਹਾਨੂੰ ਸੁਖਣਾ ਨਾ ਲਿਆ। ਜੇ ਤੇਰਾ ਘਰ ਵਸਦਾ ਤੇ ਮਾਰ। ਉਹਨੇ ਮਾਰਿਆ ਛੁਰਾ, ਪਿਤਾ ਨੇ ਵਾਹਿਗੁਰੂ, ਮਾਂ ਮਾਰਤੀ, ਉਹ ਕੱਢ ਲਿਆ। ਇਹ ਪੁਰਾਣੇ ਗੱਲਾਂ ਸੁਣਾਉਂਦੇ ਸੀ, ਕਿਤਾਬਾਂ 'ਚ ਨਹੀਂ ਮਿਲਦੀਆਂ, ਤੇ ਉਹਨਾਂ ਦਾ ਅਸਰ ਵੀ ਹੁੰਦਾ ਸੀ ਬੱਚਿਆਂ 'ਤੇ। ਹੁਣ ਬੱਚੇ ਬਹਿੰਦੇ ਨਹੀਂ ਸਿਆਣਿਆਂ ਕੋਲ, ਤੇ ਕਿੰਨ ਜਿੱਧਰ ਗਏ ਬਾਣੀਏ ਉੱਧਰ ਗਏ ਬਾਜ਼ਾਰ। ਉਹ ਜਦੋਂ ਕਹਿੰਦੇ ਦਿਲ ਕੱਢ ਕੇ ਲਿਜਾ ਰਿਹਾ ਸੀ ਨਾ, ਤੇ ਜਾਂਦਾ ਨਾ ਰਸਤੇ 'ਚ ਭੱਜਾ ਜਾ ਰਿਹਾ ਵੀ ਛੇਤੀ ਲਾਵਾਂ ਤੇ ਰਸਤੇ 'ਚ ਠੇਡਾ ਲੱਗਾ ਤੇ ਮੂੰਹ ਪਰਨੇ ਡਿੱਗਾ। ਜਦੋਂ ਮੂੰਹ ਥੱਲੇ ਵੱਜਾ ਤੇ ਉਹ ਦਿਲ ਗਿਆ ਬੁੜਕ ਕੇ, ਤੇ ਦਿਲ ਦੇ ਵਿੱਚੋਂ ਆਵਾਜ਼ ਆਈ, ਆਪ ਦਿਲ ਬੁੜਕ ਕੇ ਵੱਜਾ, ਵਿੱਚੋਂ ਆਵਾਜ਼ ਆਈ, ਹਾਏ ਪੁੱਤ ਸੱਟ ਤੇ ਲੱਗੀ। ਕਹਿੰਦਾ ਨਹੀਂ ਲੱਗੀ। ਫੇਰ ਚੁੱਕ ਲਿਆ, ਜਾ ਕੇ ਉਹਨੂੰ ਕਹਿੰਦਾ ਲਓ ਮੈਡਮ ਜੀ ਆ ਚੱਕੋ ਦਿਲ। ਮਾਂ ਕਹਿੰਦੀ ਇਹ ਕਿਹੜੀ ਗੱਲ ਹੈ, ਜੇ ਤੇਰਾ ਘਰ ਵਸਦਾ ਤੇ ਮਾਰ ਦਿਓ। ਉਹਨੇ ਚਪੇੜ ਮਾਰੀ ਖੱਬੇ ਹੱਥ। ਕਹਿੰਦੀ ਦਫਾ ਹੋ ਜਾ ਇੱਥੋਂ। ਕਹਿੰਦਾ ਤੂੰ ਮੈਨੂੰ, ਉਹ ਕਹਿੰਦੀ ਮੈਂ ਤੇ ਪਰਖ ਲਈ ਸੀ ਤੇਰੀ ਵੀ ਤੂੰ ਕਿੱਥੋਂ ਤੱਕ ਗਿਰ ਸਕਦਾ। ਓਏ ਜਿੰਨੇ ਤੈਨੂੰ ਜਨਮ ਦਿੱਤਾ, ਤੈਨੂੰ ਪਾਲਿਆ, ਤੈਨੂੰ ਐਡਾ ਕਿ ਤੂੰ ਉਹਦਾ ਨਹੀਂ ਬਣਿਆ। ਮੈਂ ਤਾਂ ਅਜੇ 2 ਦਿਨਾਂ ਦਾ ਪਿਆਰ ਆਪਣਾ, ਜਿਹੜਾ ਆਪਣੀ ਮਾਂ ਨੂੰ ਨਹੀਂ ਬਖਸ਼ ਸਕਦਾ, ਜਿਹਨੇ ਜਨਮ ਦਿੱਤਾ, ਇੰਨਾ ਕੁਝ ਕੀਤਾ, ਤੇ ਮੇਰੇ ਨਾਲ ਕੱਲ ਨੂੰ ਤੂੰ ਹੋਰ ਸੋਹਣੀ ਆ ਗਈ ਤਾਂ ਮੈਨੂੰ ਉੱਥੇ ਮਾਰ ਦੇਗਾ। ਤੂੰ ਆਪਣੇ ਰਸਤੇ, ਮੈਂ ਆਪਣੇ। ਇਹ ਗੱਲਾਂ ਬੜੀਆਂ ਜ਼ਰੂਰੀ ਸੀ। ਕਮਲੇ ਨੇ ਮਾਂ ਵੀ ਗਵਾਲੀ ਤੇ ਜੀਵਨ ਸਾਥੀ ਉਂਝ ਨਾ ਮਿਲਿਆ। ਕਈ ਵਾਰੀ ਬਹੁਤਿਆਂ ਪਰਿਵਾਰਾਂ 'ਚ ਇੱਦਾਂ ਹੁੰਦਾ ਕਿ ਬੰਦਾ ਆਪਣਿਆਂ ਵੀ ਗਵਾ ਲੈਂਦਾ, ਤੇ ਜਿਨ੍ਹਾਂ ਦਾ ਕਰਕੇ ਗਵਾਉਂਦਾ ਉਹ ਵੀ ਅੱਗੋਂ ਧੋਖਾ ਦੇ ਜਾਂਦਾ। ਵਿਦੇਸ਼ਾਂ 'ਚ ਬਹੁਤ ਇੱਦਾਂ ਦੀਆਂ ਘਟਨਾ ਘਟੀਆਂ। ਕਈਆਂ ਨੇ ਆਪਣੇ ਆਪ ਜਿਉਂਦੇ ਮਾਂ ਪਿਓ ਨੂੰ ਧੋਖਾ ਦਿੱਤਾ, ਤੇ ਜਿਨ੍ਹਾਂ ਲਈ ਦਿੱਤਾ ਜਦੋਂ ਉਹਨਾਂ ਨੇ ਮਾਰੀ ਠਿੱਬੀ, ਫਿਰ ਯਾਦ ਆਇਆ ਵੀ ਦੁੱਖ ਕੀ ਹੁੰਦਾ। ਤੋ ਇਸ ਕਰਕੇ ਸਾਧ ਸੰਗਤ ਜੀ, ਆਪਣੀਆਂ ਅੰਦਰਾਂ ਆਪਣੀਆਂ ਹੀ ਹੁੰਦੀਆਂ। ਭਾਵੇਂ ਮਹਿਤਾ ਕਲਿਆਣ ਦਾਸ ਜੀ ਮੰਦਾ ਬੋਲਦੇ ਨੇ, ਪਰ ਅੱਜ ਜਦੋਂ ਪਤਾ ਲੱਗਾ ਨਾ ਵੀ ਮੇਰਾ ਨਾਨਕ ਆਇਆ ਏ, ਤੇ ਆਪਣੇ ਭਰਾ ਲਾਲੂ ਨੂੰ ਆਵਾਜ਼ ਮਾਰੀ, ਕਹਿੰਦੇ ਲਾਲੂ ਆਪਣਾ ਨਾਨਕ ਆ ਗਿਆ ਹੈ। ਉੱਠ ਕਰ ਗਮਨ ਕੀਓ ਤਤਕਾਲ। ਕਹਿੰਦੇ ਦੋਵੇਂ ਭਰਾ ਵੇਖੋ ਪਹਿਲਿਆਂ 'ਚ ਕਿੰਨਾ ਦੇਓ, ਅੱਜ ਤੇ ਭਰਾ ਦਾ ਦੁਸ਼ਮਣ। ਕਹਿੰਦੇ ਭਰਾਵਾਂ ਵਰਗਾ ਸਾਥ ਕੋਈ ਨਹੀਂ, ਜੇ ਕਿਤੇ ਫੁੱਟ ਪੈ ਜੇ ਤੇ ਭਰਾਵਾਂ ਵਰਗਾ ਦੁਸ਼ਮਣ ਕੋਈ ਨਹੀਂ, ਕਿਉਂਕਿ ਭੇਤੀ ਹੁੰਦੇ ਨਾ ਘਰ ਦੇ, ਬਗਾਨੇ ਨੂੰ ਨਹੀਂ ਪਤਾ ਹੁੰਦਾ ਆਪਣੇ ਘਰ ਦਾ। ਤੋ ਕਹਿੰਦੇ ਚਾਚਾ ਲਾਲੂ ਤੇ ਪਿਤਾ ਮਹਿਤਾ ਕਾਲੂ ਜੀ, ਦੋਵੇਂ ਜਾਣੇ ਪਿੰਡ ਤੋਂ ਬਾਹਰ ਨੂੰ ਉਸੇ ਵਕਤ ਹੀ ਭੱਜ ਤੁਰੇ ਹਨ। ਮਨ ਹੋਤੇ ਬਹੁ ਦਿਨ ਕੇ ਪਿਆਸੇ। ਕਵੀ ਰਾਜ ਜੀ ਕਹਿੰਦੇ ਇਸ ਤਰ੍ਹਾਂ ਲੱਗਾ ਜਿਵੇਂ ਬਹੁਤ ਦੇਰ ਦਾ ਕੋਈ ਪਿਆਸਾ ਬੈਠਾ ਹੋਵੇ ਤੇ ਕਿਸੇ ਨੇ ਆਖਿਆ ਹੋਵੇ ਪਾਣੀ ਆ ਗਿਆ। ਹੋਰ 17 ਸਾਲਾਂ ਨੂੰ ਆਪਾਂ ਨੂੰ ਆਹ ਗੱਲ ਚੇਤੇ ਆਉਣੀ ਜੇ, ਆ ਪਾਣੀਆਂ ਦਾ ਮਸਲਾ ਬਹੁਤ ਉੱਚਾ ਉੱਠਿਆ ਪਿਆ। ਜੇ ਆਪਾਂ ਸੁੱਤੇ ਆ, ਜੇ ਮੋਟਰ ਚੱਲਦੀ ਹੁੰਦੀ ਆ, ਟੈਂਕੀ ਭਰੀ ਹੁੰਦੀ ਆ, ਤੇ ਬੀਬੀ ਜੀ ਹੋਣੀ ਆਨੰਦ ਨਾਲ TV ਵੇਖਦੇ ਆ, ਠੀਕ ਆ ਨਾ। ਮੈਂ ਤਾਂ ਗੁੱਸਾ ਨਾ ਕਰਿਓ, ਇੱਥੇ ਸੇਵਾ ਵਾਲਿਆਂ ਨੂੰ ਵੀ ਕਹੀਦਾ ਕਿ ਜਿੰਨੀ ਕੁ ਲੋੜ ਆ ਓਨਾ ਪਾਣੀ ਵਰਤੋ। ਇਹ ਨਹੀਂ ਵੀ ਪਾਣੀ ਮੋਟਰਾਂ ਚਲ ਉੱਤੋਂ ਟੈਂਕੀਆਂ ਵੀ ਡੁੱਲੀ ਜਾਂਦੀਆਂ ਤੇ ਪੈਪ ਦੇਤਰੇ ਦੀ ਪੱਥਰ ਤੇ ਪਾਈ ਜਾਣਾ। ਲੋੜ ਮੁਤਾਬਕ ਵਰਤੋ, ਗੁੱਸਾ ਨਾ ਕਰ ਲਿਓ ਹੁਣ ਕਿਤੇ ਵੀ ਨਾ ਸਵੇਰ ਨੂੰ ਉੱਥੇ ਆ ਜਿਓ, ਆਖੋ ਸਤਨਾਮ। ਮਿਹਨਤ ਵਾਲੀ ਗੱਲ ਇੱਕ ਤੇ ਸ਼ਿਕਾਇਤ ਬੜੀ ਲਾ ਦਿੰਦੇ ਤੁਸੀਂ ਛੇਤੀ ਵੀ ਮੰਨ ਲਓ ਜਿੱਥੇ ਬਾਲਟੀ ਨਾ ਸਰਦਾ ਨਾ, ਬਾਲਟੀ ਪਾਣੀ ਰੋੜ ਕੇ ਪੋਚਾ ਲਾ ਕੇ ਉੱਥੇ 2 ਕੁਆਂਟਲ ਪਾਣੀ ਨਾ ਰੋੜੋ। ਇਹ ਰੱਬ ਦਾ ਵਾਸਤਾ, ਜੇ ਘਰੇ ਵੀ ਟੈਂਕੀ ਚੱਲਦੀ ਨਾ, ਟੱਬ ਭਰ ਗਿਆ ਤੇ ਉਹਨੂੰ ਘੁਮਾ ਦਿਓ ਉਤੋਂ। 17 ਸਾਲ ਕਹਿੰਦੇ ਪਾਣੀ ਰਹਿ ਗਿਆ ਆਪਣੇ ਕੋਲੇ। ਜਿਹੜੇ ਉੱਚੀ ਸੋਚ ਰੱਖਦੇ ਕਹਿੰਦੇ ਮੁੜ ਕੇ ਆਪਣੀ ਬੁਰੀ ਹਾਲ ਹੈ। ਉਹਦੇ ਦਿਸਣ ਦੇ ਵੀ 400 ਫੁੱਟ ਤੇ ਚਲੇ ਗਿਆ, ਥੱਲੇ ਕਿੱਧਰ ਜਾਵਾਂਗੇ। ਫਿਰ ਗੁੱਸਾ ਕਰ ਲੈਂਦੇ ਕੋਈ ਘਰਾਂ 'ਚ ਵੀ, ਕਹਿੰਦੇ ਮੋਟਰ ਚੱਲਦੀ ਗਲੀ ਭਰ ਗਈ ਪਾਣੀ ਨਾਲ, ਕਹਿੰਦੇ ਤੁਹਾਡਾ ਢਿੱਡ ਪੀੜ ਹੁੰਦਾ। ਮੋਟਰ ਸਾਡੀ, ਬਿੱਲ ਸਾਡਾ, ਪਾਣੀ ਸਾਡਾ,
ਕਿਹੜਾ ਕਵੇ ਤੁਹਾਨੂੰ? ਆਖੋ ਸਤਨਾਮ ਸ੍ਰੀ ਤੂੰ ਵਾਹਿਗੁਰੂ। ਕਹਿੰਦੇ ਜਿਸ ਤਰ੍ਹਾਂ ਕੋਈ ਪ੍ਰਾਣੀ ਪਿਆਸ ਵਾਲਾ ਤਰਸਿਆ ਪਾਣੀ ਨੂੰ, ਜਿੱਦਾਂ ਹੁਣ ਗਲਾ ਸੁੱਕਦਾ ਨਾ, ਛਬੀਲ ਲੱਗੀ ਆ, ਤੇ ਮੈਂ ਸੰਧਿਆ ਸਿੰਘ ਸਾਹਿਬ ਨੂੰ ਮੈਂ ਕਿਹਾ ਛੇਤੀ ਛੇਤੀ ਤਿਆਰ ਕਰ ਦਿਓ ਜਲ। ਇਹ ਢੇਰ ਬਹੁਤ ਲੱਗਦੀ, ਗਰਮੀ ਬਹੁਤ ਜ਼ਿਆਦਾ, ਤੇ ਵੱਡੀ ਭਗਤੀ ਤੁਹਾਡੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੋਵੇਂ ਚਾਚਾ ਲਾਲੂ ਤੇ ਮਹਿਤਾ ਕਾਲੂ ਜਿਵੇਂ ਕੋਈ ਚਿਰਦਾ ਪਿਆਸਾ ਖੂਹ ਵੱਲ ਨੂੰ ਭੱਜਦਾ, ਏਦਾਂ ਜਾ ਰਹੇ ਹਨ। ਜਲ ਕੋ ਸੁਨ ਦੋਰੇ ਤੈ ਪਾਸੇ। ਕਹਿੰਦੇ ਜਿੱਦਾਂ ਕੋਈ ਸੱਦਾ ਦੇਵੇ ਪਿਆਸੇ ਨੂੰ, ਪਾਣੀ ਪੀ ਲੋ। ਇਸ ਤਰ੍ਹਾਂ ਆਨੰਦ ਕੰਨਾਂ ਵਿੱਚ ਆ ਗਿਆ ਜਦੋਂ ਪਤਾ ਲੱਗਾ ਗੁਰੂ ਨਾਨਕ ਆਏ ਹਨ। ਦੋਹਰਾ ਸ਼੍ਰੋਨਨ ਸੁਨ ਜਨਨੀ ਮਨੰ ਅਨਰਵ ਮਨੋ ਸਮਾਨ। ਆਹ ਧੰਨ ਧੰਨ ਮਾਤਾ ਤ੍ਰਿਪਤਾ ਜੀ। ਸਾਰੇ ਆਖੋ ਧੰਨ ਧੰਨ ਮਾਤਾ ਤ੍ਰਿਪਤਾ ਜੀ। ਕਹਿੰਦੇ ਜਦੋਂ ਮਾਂ ਨੂੰ ਪਤਾ ਲੱਗਾ ਨਾ ਮੇਰਾ ਨਾਨਕ ਆਇਆ ਏ, ਕਹਿੰਦੇ ਇੰਨਾ ਕੁ ਪਿਆਰ ਜਾਗਿਆ ਜਿਵੇਂ ਸਮੁੰਦਰ ਬਾਹਰ ਆ ਗਿਆ। ਸਮੁੰਦਰ ਜਿਹੜਾ ਜਦੋਂ ਛਲ ਆਉਂਦੀ ਕਈ ਵਾਰੀ ਕਿੰਨੀ ਕਿੰਨੀ ਉੱਚੀ ਆ ਜਾਂਦੀ ਹੈ, ਕਹਿੰਦੇ ਇਸ ਤਰ੍ਹਾਂ ਮਾਂ ਤ੍ਰਿਪਤਾ ਦਾ ਘਰ ਭਰ ਗਿਆ। ਠੰਡ ਪੈ ਗਈ, ਭਾਵ ਉਦਾਹਰਨ ਦਿੱਤੀ ਵੀ ਕਿਸੇ ਦੇ ਘਰ ਦਰਿਆ ਨਿਕਲ ਕੇ ਪੈ ਜੇ ਤੇ ਉੱਥੇ ਪ੍ਰਵਾਹ ਹੀ ਖੁੱਲ ਜਾਂਦੇ ਆ। ਜਿੱਦਾਂ ਪਾਣੀ ਆਉਂਦਾ ਨਾ ਹੜਾਂ 'ਚ, ਜਿੱਥੋਂ ਟੁੱਟ ਜਾਂਦਾ ਦਰਿਆ ਉੱਥੇ ਖੁੱਲ੍ਹਾ ਹੀ ਕਾਰਜ ਹੋ ਜਾਂਦਾ, ਜਿਹਨੂੰ ਆਪਾਂ ਕਹਿੰਦੇ ਵੀ ਪਾੜੀ ਪਾੜ ਗਿਆ। ਕਹਿੰਦੇ ਕਵੀ ਜੀ ਵੀ ਜਦੋਂ ਮਾਂ ਨੇ ਸੁਣਿਆ ਮੇਰਾ ਨਾਨਕ ਆਇਆ ਏ, ਉਹ ਤਾਂ ਖੁਸ਼ੀ ਸੰਭਾਲੀ ਨਹੀਂ ਗਈ। ਈਚੀ ਜੋਮ ਗਤ ਚਲੀ ਸੋਤਰ ਕੇਸ਼ ਪਰਮਾਨ। ਕਹਿੰਦੇ ਜਿੱਦਾਂ ਚਕੋਰ ਚੰਦਰਮਾ ਨੂੰ ਵੇਖਣ ਵਾਸਤੇ ਆਪਣੇ ਆਪ ਨੂੰ ਸਾਰੇ ਪਾਸਿਆਂ ਤੋਂ ਸੰਕੋਚਦੀ ਹੈ, ਮਾਤਾ ਤ੍ਰਿਪਤਾ ਨੇ ਪੈਰਾਂ 'ਚ ਜੋੜਾ ਨਹੀਂ ਪਾਇਆ। ਆਖੋ ਸਤਨਾਮ। ਭਾਵਨਾ ਦੇ ਨਾਲ ਆਪਣਾ ਸਿਰ ਕੱਜਿਆ, ਇਹਨੂੰ ਕਹਿੰਦੇ ਪਿਆਰ। ਉਸੇ ਵਕਤ ਹੀ ਦੌੜ ਪਏ ਹਨ। ਚੌਪਈ ਬਤਸ ਬਿਲੋਕ ਨ ਬਹੁਤੇ ਬਾਸਰ। ਹਾਂਜੀ ਵਾਸ਼ ਬਿਸ਼ੋਭ ਨਹਿ ਸ਼ਕ ਆਤਰ। ਕਹਿੰਦੇ ਹਨ ਕਿ ਕਾਫੀ ਸਮਾਂ ਉਹ ਚੱਲਿਆ ਸੀ, ਦਰਸ਼ਨ ਨਹੀਂ ਕੀਤਾ ਸੀ ਆਪਣੇ ਬਾਬੇ ਦਾ, ਆਪਣੇ ਪੁੱਤਰ ਨਾਨਕ ਦਾ। ਕਹਿੰਦੇ ਪ੍ਰੇਮ ਦੀਆਂ ਕਾਂਘਾਂ ਉੱਠ ਰਹੀਆਂ ਸੀ, ਅੰਦਰ ਖਿੱਚ ਪੈ ਰਹੀ ਸੀ ਵੀ ਕਿਹੜਾ ਵੇਲਾ ਹੋਵੇ ਮੇਰੇ ਨਾਨਕ ਦੇ ਦੀਦਾਰ। ਮਨ ਲੋਚਦਾ ਪ੍ਰੀਤਮਾ ਮੇਰਾ, ਤੇਰਿਆਂ ਦੀਦਾਰਿਆਂ ਨੂੰ। ਮਨ ਲੋਚਦਾ ਪ੍ਰੀਤਮਾ ਮੇਰਾ, ਤੇਰਿਆਂ ਦੀਦਾਰਿਆਂ ਨੂੰ। ਮਨ ਲੋਚਦਾ ਪ੍ਰੀਤਮਾ ਮੇਰਾ, ਤੇਰਿਆਂ ਦੀਦਾਰਿਆਂ ਨੂੰ। ਸਾਰੇ ਮਨ ਲੋਚਦਾ ਪ੍ਰੀਤਮਾ ਮੇਰਾ, ਤੇਰਿਆਂ ਦੀਦਾਰਿਆਂ ਨੂੰ। ਜਿਨ੍ਹਾਂ ਅੱਖਾਂ ਨੇ ਦੀਦਾਰ ਤੇਰੇ ਕੀਤੇ ਸੀ, ਅੱਜ ਉਹ ਤਰਸਦੀਆਂ। ਜਿਨ੍ਹਾਂ ਅੱਖਾਂ ਨੇ ਦੀਦਾਰ ਤੇਰੇ ਕੀਤੇ ਸੀ, ਅੱਜ ਉਹ ਤਰਸਦੀਆਂ। ਜਿਨ੍ਹਾਂ ਅੱਖਾਂ ਨੇ ਦੀਦਾਰ ਤੇਰੇ ਕੀਤੇ ਸੀ, ਅੱਜ ਉਹ ਤਰਸਦੀਆਂ। ਜਿਨ੍ਹਾਂ ਅੱਖਾਂ ਨੇ ਦੀਦਾਰ ਤੇਰੇ ਕੀਤੇ ਸੀ, ਅੱਜ ਉਹ ਤਰਸਦੀਆਂ। ਮੇਰੇ ਪਿਆਰੇ 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 ਅੱਜ ਉਹ ਤਰਸਦੀਆਂ। ਜਿਨ੍ਹਾਂ ਅੱਖਾਂ ਨੇ ਦੀਦਾਰ ਤੇਰੇ ਕੀਤੇ ਸੀ, ਅੱਜ ਉਹ ਤਰਸਦੀਆਂ। ਜਿਨ੍ਹਾਂ ਅੱਖਾਂ ਨੇ ਦੀਦਾਰ ਤੇਰੇ
ਅੱਜ ਉਹ ਤਰਸ ਦੀਆਂ ਜਿਨ੍ਹਾਂ ਅੱਖਾਂ ਨੇ ਦੀਦਾਰ ਤੇਰੇ ਕੀਤੇ ਸੀ, ਅੱਜ ਉਹ ਤਰਸਦੀਆਂ। ਜਿਨ੍ਹਾਂ ਅੱਖਾਂ ਨੇ ਦੀਦਾਰ ਤੇਰੇ ਕੀਤੇ ਸੀ, ਅੱਜ ਉਹ ਤਰਸਦੀਆਂ। ਮਨ ਲੋਚਦਾ ਤਰਸਦੀਆਂ ਅੱਖੀਆਂ ਤੇਰਿਆਂ ਦੀਦਾਰਿਆਂ। ਮਨ ਲੋਚਦਾ ਤਰਸਦੀਆਂ ਅੱਖੀਆਂ ਤੇਰਿਆਂ ਦੀਦਾਰਿਆਂ। ਮਨ ਲੋਚਦਾ ਤਰਸਦੀਆਂ ਅੱਖੀਆਂ ਤੇਰਿਆਂ ਦੀਦਾਰਿਆਂ ਨੂੰ। ਸਾਧ ਸੰਗਤ ਜੀ ਵੱਡੇ ਭਾਗ ਨੇ। ਇੱਕ ਵਾਰੀ ਮਹਾਰਾਜ ਦੇ ਦਰਸ਼ਨ ਹੋਏ ਨਾ, ਅੱਖਾਂ ਰੱਜ ਜਾਂਦੀਆਂ। ਹਜੇ ਆਪਣੀਆਂ ਤਰਸਦੀਆਂ ਬਤਾਈਓ ਨਹੀਂ ਰੱਜਣ। ਇੱਕ ਚੀਜ਼ ਮਿਲਦੀ ਆ, ਅੱਖਾਂ ਦੂਜੀ ਤੇ ਹੋ ਜਾਂਦੀਆਂ। ਦੂਜੀ ਰੱਬ ਚੀਜ਼ ਦਿੰਦਾ, ਅੱਖਾਂ ਤੀਜੀ ਵੱਲ ਹੋ ਜਾਂਦੀਆਂ। ਇੰਨਾ ਕੁਝ ਦੇਤਾ ਅਜੇ ਤੱਕ ਰੱਜੀਆਂ ਏ। ਇਹਨਾਂ ਨੇ ਉਦਣ ਠੰਡੀਆਂ ਹੋਣਾ ਜਿੱਦਣ ਸਾਈਂ ਦਾ ਦੀਦਾਰ ਹੋਇਆ। ਜੇ ਕਿਤੇ ਸੰਗਤ ਵਿੱਚੋਂ ਹੋ ਜੇ ਤਾਂ ਵੀ ਮੌਜ ਆ, ਜੇ ਕਿਤੇ ਸੁਪਨੇ 'ਚ ਹੋ ਜੇ ਤਾਂ ਵੀ ਮੌਜ ਆ, ਜੇ ਕਿਤੇ ਸੁਖਮਨੀ ਸਾਹਿਬ ਪੜ੍ਹਦਿਆਂ ਕਿਤੇ ਨਿਤਨੇਮ ਕਰਦਿਆਂ ਝਲਕ ਪੈ ਜੇ ਤਾਂ ਵੀ, ਜੇ ਕਿਤੇ ਸਹਿਜ ਪਾਠ ਚੱਲਦਾ ਹੋਵੇ ਤੇ ਵਿੱਚੋਂ ਨੂਰ ਵਰਸ ਗਿਆ ਤਾਂ ਵੀ ਤਰ ਗਿਆ। ਇਹ ਪਤਾ ਨਹੀਂ, ਅਰਦਾਸ ਕਰੀ ਚੱਲੋ। ਇਹਨਾਂ ਠੰਡੀਆਂ ਉਦੋਂ ਹੀ ਹੋਣਾ ਜਦੋਂ ਸਾਈਂ ਮਿਲਿਆ। ਉਹਨਾਂ ਚਿਰ ਨਹੀਂ ਇਹਨਾਂ ਨੇ ਰੱਜਣਾ ਜੇ ਭਾਵੇਂ ਸਾਰੀ ਦੁਨੀਆ ਘੁੰਮ ਲਓ। ਪਦਾਰਥ ਵਾਧੇ ਜਾਣੇ, ਭੁੱਖ ਵੱਧ। ਮਾਤਾ ਜੀ ਚੱਲ ਪਏ ਹਨ। ਚਲੀ ਤਾਏ ਅਟਪਟ ਪਗ ਪਾਵੇ, ਮਿਲੋ ਤਾਇਲ ਆਸਮਨ ਲਿਆਵੇ। ਕਹਿੰਦੇ ਮਾਂ ਦੌੜੀ ਜਾ ਰਹੀ ਆ, ਪੈਰ ਥੱਲੇ ਨਹੀਂ ਲੱਗਦਾ। ਇੱਕ ਪੈਰ ਚੱਕਦੀ, ਦੂਜਾ ਭੱਜ ਕੇ ਰੱਖਦੀ। ਕਵੀ ਰਾਜ ਜੀ ਦਰਸ਼ਨ ਕਰਾਏ, ਕਹਿੰਦੇ ਕਾਲੀ ਕਾਲੀ ਦੌੜੀ ਜਾ ਰਹੀ ਹੈ ਮਾਂ, ਦੌੜੀ ਜਾ ਰਹੀ ਹੈ। ਤੇ ਕਿਸੇ ਨੇ ਭੱਜੀ ਜਾਂਦੀ ਨੂੰ ਆਖਿਆ, ਮਾਂ ਤ੍ਰਿਵਤਾ ਕਿਧਰ ਜਾਣਾ, ਟਾਂਗਾ ਛੁੱਟ ਗਿਆ, ਕੋਈ ਟ੍ਰੇਨ ਨਿਕਲ ਗਈ ਆ। ਕਹਿਣ ਲੱਗੇ, ਓਏ ਦੁਨੀਆਦਾਰੀ, ਉਹ ਤੁਹਾਨੂੰ ਕੀ ਪਤਾ, ਅੱਜ ਮੇਰਾ ਨਾਨਕ ਆਇਆ ਹੈ। ਸਤਿ ਸ਼੍ਰੀ ਅਕਾਲ। ਤੁਹਾਡੀ ਵੀ ਭਗਤੀ ਇੰਨੀ ਧੁੱਪ 'ਚ ਤੁਸੀਂ ਆਏ ਤੁਰ ਕੇ, ਵੀ ਕਿੱਥੋਂ ਆਏ ਹੋ ਸਿਰ ਸਾੜਦੇ। ਤੇ ਮਹਾਰਾਜ ਤੁਹਾਡਾ ਕਦਮ ਕਦਮ ਲੇਖੇ ਚਲਾਉਣ। ਗੁਰੂ ਅਰਜਨ ਸਾਹਿਬ ਤੁਹਾਡੀਆਂ ਯਾਤਰਾ ਸਫਲ ਕਰਨ। ਸੁਨ ਸੁਨ ਸਭ ਕੁਟੰਬ ਕੀਏ ਗਮਨਾ, ਤਹਾਂ ਗਏ ਜਹ ਤੇ ਗੁਣ ਪਵਨਾ। ਔਰ ਕਹਿੰਦੇ ਇਧਰ ਦੂਸਰੇ ਪਾਸੇ ਸਾਰਾ ਟੱਬਰ ਉਧਰ ਨੂੰ ਚੱਲ ਪਿਆ ਜਿੱਧਰ ਨੂੰ ਮਹਾਰਾਜ ਸਾਹਿਬ ਜੀ ਬੈਠੇ ਹਨ। ਜਨਨ ਜਨਕ ਆਵਤ ਜਬ ਹੇਰੇ, ਕਮਲਾਨਨ ਉਠ ਕਰ ਬਿਨ ਦੇਰੇ। ਇਧਰ ਮਹਾਰਾਜ ਨੂੰ ਪਤਾ ਲੱਗਾ ਕਿ ਇਹ ਤੇ ਸਾਰੇ ਐ ਨੂੰ ਆ ਰਹੇ ਆ। ਤੇ ਮਹਾਰਾਜ ਸਾਹਿਬ ਜੀ ਸਤਿਕਾਰ ਵਾਸਤੇ ਖੂਹ ਤੋਂ ਉੱਠ ਕੇ ਅੱਗੋਂ ਕਾਲੀ ਦੇ ਨਾਲ ਮਹਾਰਾਜ ਵੀ ਨਗਰ ਵੱਲ ਨੂੰ ਚੱਲ ਪਏ। ਸਬਨ ਪਦਨ ਪਰ ਬੰਧਨ ਕੀਨੀ, ਜਨਨੀ ਹਰਖਾ ਸਿੱਖਿਆ ਦੀਨੀ। ਵੇਖੋ ਜੀ ਸਿੱਖਿਆ, ਅਸੀਂ ਵੀ ਲੜ ਪਈਦਾ ਉਹਦੇ ਬਾਪੂ ਬੇਬੇ ਨਾਲ, ਪਰ ਇੱਕ ਗੁਰੂ ਨਾਨਕ ਸਾਹਿਬ ਸਿੱਖਿਆ ਦੇ ਗਏ। ਰੱਬ ਸੀ, ਅਵਤਾਰ ਸੀ ਮੌਕੇ ਦਾ। ਬਾਪੂ ਕਿੰਨਾ ਵੀ ਵਿਰੋਧ ਕਰਦਾ ਸੀ, ਪਰ ਕਵੀ ਰਾਜ ਜੀ ਕਹਿੰਦੇ ਸਬਨ ਬੰਧਨ ਪਰ ਬੰਧਨ ਕੀਨੀ। ਆ ਤੁਹਾਡੇ ਬੱਚੇ ਬੱਚੀਆਂ ਇੱਥੇ ਕਥਾ ਸੁਣਦੇ, ਤੁਹਾਡਾ ਭਲਾ ਹੋ ਜਾਣਾ ਹੈ। ਇਹਨਾਂ ਨੂੰ ਬਿਠਾਇਆ ਕਰੋ, ਮੈਂ ਤਾਂ ਨਹੀਂ ਕੁਛ ਮੰਗਦਾ ਤੁਹਾਡੇ ਤੋਂ, ਇਹ ਤੁਹਾਡਾ ਹੀ ਭਲਾ ਵਾ। ਕਹਿੰਦੇ ਗੁਰੂ ਨਾਨਕ ਸਾਹਿਬ ਅਵਤਾਰੀ ਰੱਬ ਹੈ। ਸਭ ਤੋਂ ਪਹਿਲਾਂ ਆਪਣੇ ਮਾਂ ਤ੍ਰਿਵਤਾ ਦੇ ਚਰਨ ਚੁੰਮੇ। ਜਿਹਦੇ ਚਰਨਾਂ ਤੇ ਦੁਨੀਆ ਝੁਕਦੀ, ਉਹ ਆਪਣੇ ਮਾਂ ਪਿਓ ਦੇ ਚਰਨਾਂ ਤੇ। ਮਾਂ ਪਿਓ ਵਰਗਾ ਦੁਨੀਆ ਤੇ ਕੋਈ ਰਿਸ਼ਤਾ ਨਹੀਂ। ਜਿੰਨੇ ਰੱਬ ਵੇਖਣਾ ਤੇ ਇਹਨਾਂ ਦੀ ਸੇਵਾ ਕਰ ਲਓ, ਠੀਕ ਆ ਜੀ। ਆਪਣੇ ਮਾਂ ਪਿਓ ਨੂੰ ਜੂਸ ਪਿਆ ਦਿਓ, ਕਿਤੇ ਦਰਸ਼ਨ ਕਰਾ ਲਿਆਇਆ ਕਰੋ, ਠੀਕ ਆ ਜੀ। ਕੋਈ 200 ਦਾ ਸੂਟ ਲੈ ਦੇ, ਉਹਨਾਂ ਤੈਨੂੰ ਸੀਸਾਂ ਹੀ ਦੇਈ ਜਾਣੀਆਂ। ਰੱਬ ਕਿਸੇ ਨੇ ਵੇਖਿਆ, ਮਾਂ ਪਿਓ ਤੇ ਦੀਦਾ ਹੀ ਆ ਨਾ। ਇਹ ਦੂਜਾ ਰੱਬ ਹੀ ਜੇ। ਤੇ ਅਜੇ ਤਾਈਂ ਹੱਥ ਖੜਾ ਕਰਕੇ ਕੋਈ ਕਹਿ ਦੇ ਵੀ ਮੈਂ ਮਾਂ ਪਿਓ ਨੂੰ ਤਾਇਆ ਤੇ ਸੁੱਖ ਪਾਇਆ, ਮੈਂ ਡਿਊਟੀ ਛੱਡ ਦੂੰਗਾ। ਇੰਨਾ ਸੁਣਿਆ ਵੀ ਜਿੰਨਾ ਮਾਂ ਪਿਓ ਦੀਆਂ ਸੀਸਾਂ ਲਈਆਂ ਉਹਨਾਂ ਨੂੰ ਤਖਤ ਮਿਲਦੇ, ਤਖਤ। ਜੇ ਕਿਤੇ ਨਾ ਕਿਤੇ ਅੱਜ ਆਪਾਂ ਧੱਕੇ ਖਾ ਰਹੇ ਨਾ, ਆਪਣੀ ਸੈਟਿੰਗ ਨਹੀਂ ਹੋ ਰਹੀ, ਆਪਣੇ ਤੋਂ ਗਲਤੀ ਹੋਈ ਹੈ।
ਜ਼ਿੰਦਗੀ 'ਚ ਗਲਤੀ ਹੋਈ ਆ ਤੇ ਗੁਰੂ ਸਾਹਿਬ ਦੇ ਅੱਗੇ ਉਹ ਗਲਤੀ ਨੂੰ ਆਪਾਂ ਰੱਖਣਾਗੇ, ਮਹਾਰਾਜ ਮੈਨੂੰ ਬਖਸ਼ ਲਾ। ਕਿਤੇ ਨਾ ਕਿਤੇ ਮੈਂ ਹਿਰਦਾ ਦਿਖਾਇਆ ਕਿਸੇ ਦਾ, ਜਿਹੜਾ ਅੱਜ ਮੇਰਾ ਹਿਰਦਾ ਦੁਖਣ ਦਿਆ, ਮੈਨੂੰ ਸੈਟਿੰਗ ਨਹੀਂ ਹੋ ਰਹੀ ਕਿਤੇ। ਇਹ ਸੱਚਾਈ ਜੇ, ਭਾਵੇਂ ਮੈਨੂੰ ਮਾਫ ਕਰ ਦਿਓ, ਕੋਈ ਆਪਣੇ ਤੇ ਨਾ ਲੈ ਲਿਓ। ਕਈ ਵਾਰੀ ਕਥਾ ਸਮੁੱਚੀ ਹੁੰਦੀ ਹੈ, ਕਈ ਵਾਰੀ ਬੰਦੇ ਦੀ ਜ਼ਿੰਦਗੀ 'ਚ ਹੁੰਦਾ, ਉਹ ਕਰੇ ਖਰੇ ਮੈਨੂੰ ਹੀ ਬਾਬਾ ਜੀ ਸੁਣਾ ਗਏ। ਮੈਂ ਆਪਣੀ ਜ਼ਿੰਦਗੀ 'ਚ ਵੀ ਕਹਿੰਦਾ ਵਾ ਕਿ ਕਈ ਵਾਰੀ ਜ਼ਿੰਦਗੀ 'ਚ ਬੰਦੇ ਤੋਂ ਕਿਸੇ ਦਾ ਹਿਰਦਾ ਦੁਖਦਾ, ਕਿਸੇ ਦਾ ਦਿਲ ਤੋੜਿਆ ਹੁੰਦਾ, ਤੇ ਉਹ ਇਦਾਂ ਦੀ ਬਦਦੁਆ ਦਿੰਦਾ, ਸਾਰੀ ਜ਼ਿੰਦਗੀ ਰੋਣਾ ਪੈਂਦਾ। ਮੰਨ ਲਓ ਕੋਈ ਕਿਸੇ ਨੂੰ ਸੱਚਾ ਪ੍ਰੇਮ ਕਰਦਾ, ਆਪਾਂ ਉਹਨੂੰ ਧੱਕਾ ਦਿੰਦੇ ਨਾ, ਉਹਦੇ ਨਾਲ ਗਦਾਰੀ ਕਰਦੇ, ਉਹਨੂੰ ਤੋੜਦੇ ਆ, ਸਾਰੀ ਜ਼ਿੰਦਗੀ ਪਿਆਰ ਨੂੰ ਤਰਸੋਗੇ। ਇਹ ਜ਼ਿੰਦਗੀ 'ਚ ਮੈਂ ਆਪਣੇ ਵਰਕੇ ਤੇ ਲਿਖਿਆ ਜੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਲੱਗ ਜਾਂਦੀ ਜੇ ਭਾਈ, ਇਹ 'ਚ ਕੋਈ ਸ਼ੱਕ ਨਹੀਂ। ਕਿਸੇ ਦੀ ਸੱਚੀ ਮੁਹੱਬਤ, ਚਾਹੇ ਉਹ ਭੈਣ ਭਰਾ ਹੋਣ, ਮਾਂ ਪਿਓ ਹੋਵੇ ਜਾਂ ਕੋਈ ਹੋਰ ਹੋਵੇ, ਜਿਹੜਾ ਸੱਚਾ ਰਿਸ਼ਤਾ, ਜਦੋਂ ਉਹਨੂੰ ਧੱਕਾ ਲੱਗਦਾ, ਰੱਬ ਇੱਦਾਂ ਦਾ ਧੱਕਾ ਦਿੰਦਾ ਵੀ ਪੁੱਤ ਤੂੰ ਤੇ ਉਹਨੂੰ 10 ਦਿਨ ਧੋਖਾ ਦਿੱਤਾ, ਤੂੰ ਸਾਰੀ ਜ਼ਿੰਦਗੀ ਰੋਵੇਂਗਾ ਤੇ ਤੇਰਾ ਰੋਣ ਵੀ ਕਿਸੇ ਨੇ ਨਹੀਂ ਸੁਣਨਾ। ਇਸ ਕਰਕੇ ਗੁਰੂ ਨਾਨਕ ਸਾਹਿਬ ਰੱਬ ਜੀ ਨੇ ਪਹਿਲਾਂ ਮਾਂ ਦੇ ਚਰਨ ਚੁੰਮੇ ਤੇ ਫਿਰ ਬਾਪੂ ਦੇ ਪੈਰੀ ਹੱਥ ਲਾਇਆ। ਦਰਸ ਲਾਈ ਨੀਰ ਦ੍ਰਿਗ ਜਾਈ, ਮਹਾ ਮੋਹ ਮਾਤਾ ਬਿਰਮਾਈ। ਕਹਿੰਦੇ ਬਾਪੂ ਨੇ ਤੇ ਸਿਰ ਤੇ ਹੱਥ ਰੱਖ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉੱਥੇ ਸਾਰੇ ਆਏ ਸੀ ਨਾ, ਗੁੱਸਾ ਅੰਦਰ ਹੋਊਗਾ, ਪਰ ਇੱਕ ਵਾਰੀ ਸਾਰਿਆਂ ਦੇ ਸਾਹਮਣੇ ਕਹਿੰਦੇ ਜੁਗ ਜੁਗ ਜੀਵੇ। ਜੀ ਆਏ ਨੂੰ ਤੇ ਪਾਸੇ ਹੋ ਗਏ, ਤੇ ਜਦੋਂ ਮਾਂ ਦੀ ਵਾਰੀ ਆਈ ਨਾ, ਮਹਾ ਮੋਹ ਮਾਤਾ ਬਿਰਮਾਈ, ਕਹਿੰਦੇ ਮਾਂ ਨੇ ਘੁੱਟ ਕੇ ਜੱਫੀ ਪਾਈ। ਮਾਤਾ ਤ੍ਰਿਪਤਾ ਨੇ ਦੋਵੇਂ ਹੱਥ ਜੋੜ ਕੇ ਨਾ ਘੁੱਟ ਕੇ, ਆ ਕਈ ਵੀਰ NRI ਆਉਂਦੇ ਨਾ 15-16 ਸਾਲਾਂ ਬਾਅਦ ਏਅਰਪੋਰਟ ਤੇ, ਉਹ ਮਾਂ ਮਮਤਾ ਹੁੰਦੀ, ਕਿਤੇ ਜਿਉਂਦੀ ਰਵੇ ਵਿਚਾਰੀ, ਕਿ ਧੋਖਾ ਨਾ ਦੇ ਜੇ ਕਿਤੇ, ਹੈ। ਤੋ ਇਸ ਕਰਕੇ ਕਹਿੰਦੇ ਮਾਂ ਤ੍ਰਿਪਤਾ ਨੇ ਗੁਰੂ ਨਾਨਕ ਨੂੰ ਘੁੱਟ ਕੇ ਗਲਵੱਕੜੀ ਪਾਈ। ਕਹਿੰਦੀ ਠੰਡ ਪੈ ਗਈ ਆ। ਜਿੱਦਾਂ ਤੁਹਾਡੇ ਸੰਗਤਾਂ ਨਾ ਇਹ ਪਿਆਰ ਮਿਲਦਾ ਰਹਿੰਦਾ ਦਾਸ ਨੂੰ, ਜਿਹੜੀਆਂ ਰੂਹਾਂ ਸੱਚੇ ਦਿਲੋਂ ਕਰਦੀਆਂ, ਇਹ 'ਚ ਕੋਈ ਸ਼ੱਕ ਨਹੀਂ। ਇੱਥੇ ਆਪਾਂ ਆਏ ਵੀ ਇਕੱਲੇ ਆ ਤੇ ਮਿੱਤਰੋ ਜਾਣਾ ਵੀ, ਕੋਈ ਦੁਨੀਆ ਦੀ ਦੌਲਤ ਨਾਲ ਨਹੀਂ ਜਾਣੀ, ਇੱਕ ਪਿਆਰ ਜਾਣਾ। ਸੇਠ ਦੁਨੀ ਚੰਦ ਤੋਂ, ਜਿੱਥੇ ਮਹਾਰਾਜ ਨੇ 15 ਪੌੜੀਆਂ ਆਸਾ ਵਾਰ ਉਚਾਰੀ, 9 ਪਾਕ ਪਟਨ, ਤੇ ਉਹਦੇ ਕੋਲ ਮਾਇਆ ਬੜੀ ਸੀ ਤੇ ਦਾਨ ਦੂਨ ਨਹੀਂ ਕਰਦਾ, ਤੇ ਬਾਬੇ ਨਾਨਕ ਦੇ ਕਾਬੂ ਆ ਗਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਸੂਈ ਦਿੱਤੀ। ਕਹਿੰਦੇ ਸੂਈ ਰੱਖ ਲਾ। ਕਹਿੰਦੇ ਜੀ ਇਹ ਕੀ? ਕਹਿੰਦੇ ਜਦੋਂ ਮਰੇਗਾ ਤੇ ਸੱਚਖੰਡ 'ਚ ਲੈ ਲਾਂਗੇ। ਤੇ ਉਹ ਸੰਭਾਲ ਕੇ ਰੱਖੀ। ਕਹਿੰਦੇ ਉਹ ਜਾ ਕੇ ਆਪਣੀ ਪਤਨੀ ਨੂੰ ਕਹਿੰਦਾ, ਭਾਗਵਾਨ ਨੇ ਅੱਜ ਸਾਧੂ ਮਿਲੇ ਸੀ ਤੇ ਸਾਧੂ ਦੇ ਚਿਹਰੇ ਦਾ ਨੂਰ ਬੜਾ ਸੀ, ਕੋਈ ਰੱਬੀ ਰੂਹ ਲੱਗਦੀ ਸੀ, ਤੇ ਆ ਸੂਈ ਦਿੱਤੀ ਆ, ਤੇ ਮੈਨੂੰ ਕਹਿੰਦੇ ਵਾਅਦਾ ਕਰ ਵੀ ਅਗਲੇ ਜਦੋਂ ਤੂੰ ਮਰਿਆ ਉੱਥੇ ਆਪਾਂ ਮਿਲਣਾ ਦਰਗਾਹ 'ਚ। ਕਹਿੰਦੇ ਇਹਨੂੰ ਸਾਂਭ ਕੇ ਰੱਖੀ। ਉਹਨੇ ਮੱਥੇ ਤੇ ਹੱਥ ਰੱਖ ਲਿਆ, ਕਹਿੰਦੀ ਮੈਂ ਮਰ ਜਾ। ਵੇ ਇਹ ਕੀ ਕਰ ਆਇਆ? ਕਹਿੰਦਾ ਕੀ ਹੋਇਆ? ਕਹਿੰਦੀ ਮੋਇਆ ਨਾਲ ਤੇ ਸਰੀਰ ਵੀ ਨਹੀਂ ਜਾਣਾ, ਇਹਨੇ ਸੜ ਜਾਣਾ ਉੱਥੇ, ਅਗਲਿਆਂ ਮੁੜ ਕੇ ਤੋੜੇ ਜਿਹੇ 'ਚ ਪਾ ਕੇ ਦੇ। ਤੇ ਤੂੰ ਕੀ ਵਾਅਦਾ ਕਰਕੇ ਆ ਗਿਆ? ਜਾ ਮਗਰ ਭੱਜ ਕਿਤੇ ਲਾਗੇ ਬੰਨਿਆ ਤੇ ਰੋਕ। ਕਹਿੰਦੇ ਇਹ ਤਾਂ ਮੈਂ ਸੋਚਿਆ ਹੀ ਨਹੀਂ ਹੈ। ਮਗਰ ਭੱਜਾ, ਚਲੋ ਮਹਾਰਾਜ ਮਿਲ ਪਏ। ਕਹਿੰਦੇ ਜੀ ਮੈਨੂੰ ਮਾਫ ਕਰਿਓ, ਮੇਰੇ ਤੋਂ ਵਾਅਦਾ ਨਹੀਂ ਨਿਭਾਇਆ ਜਾਣਾ। ਕਹਿੰਦੇ ਕੀ ਹੋਇਆ? ਕਹਿੰਦੇ ਜੀ ਨਾਲ ਤੇ ਸਰੀਰ ਨਹੀਂ ਜਾਂਦਾ ਬੰਦੇ ਦਾ, ਤੇ ਸੂਈ ਕਿੱਥੋਂ ਜਾਊ? ਤੇ ਮਹਾਰਾਜ ਕਹਿੰਦੇ ਜੇ ਨਾਲ ਨਹੀਂ ਜਾਣਾ ਤੇ ਤੂੰ ਲੋਕਾਂ ਦਾ ਲਹੂ ਪੀ ਪੀ 40 ਗੰਜ ਜੋੜੇ ਆ, ਤੇ ਕਿਤੇ ਕਿਸੇ ਨੂੰ ਪਾਣੀ ਪਿਆ ਦਿਆ ਕਰ ਠੰਡਾ, ਕਿਤੇ ਲੰਗਰ ਲਾ ਦੇ, ਕਿਸੇ ਦਾ ਵਿਆਹ ਵੀ ਉਹ ਕਰਦੇ, ਤੂੰ ਕਿਤੇ ਮਰ ਜੇ ਇਹੋ ਜਿਹਾ। ਜਦੋਂ ਮਹਾਰਾਜ ਨੇ ਗਿਆਨ ਦੀ ਕਿਰਪਾ ਕੀਤੀ, ਕਪਾੜ ਖੁੱਲ ਗਈ। ਉਹ ਕਵੀ ਰਾਜ ਜੀ ਕਹਿੰਦੇ ਉਹ ਸੂਈ ਕੀ ਸੀ? ਸੂਈ ਹੁੰਦੀ ਹੈ ਅੱਗੋਂ ਤਿੱਖੀ ਤੇ ਪਿੱਛੋਂ ਛੇਕ ਹੁੰਦਾ। ਉਹ ਜਿੱਧਰ ਦੀ ਜਾਂਦੀ ਅੱਗੋਂ ਰਾਹ ਬਣਾਈ ਜਾਂਦੀ, ਤੇ ਪਿੱਛੋਂ ਭੈਣਾਂ ਨੂੰ ਪਤਾ ਸਵਾਈ ਕਰਦੀਆਂ, ਪਿੱਛੋਂ ਕੀ ਜੋੜੀ ਜਾਂਦੀ ਆ। ਇਹ ਕਹਿੰਦੇ ਉਹ ਗਿਆਨ ਦੀ ਬਖਸ਼ਿਸ਼ ਸੀ। ਸ਼ਬਦ ਰੂਪੀ ਸੂਈ ਤੇ ਸੁਰਤ ਰੂਪੀ ਧਾਗਾ ਪਾ ਕੇ ਬਾਬੇ ਨਾਨਕ ਨੇ ਦੀਨ ਨੂੰ ਦੁਨੀ ਨਾਲ ਜੋੜਤਾ। ਦੁਨੀ ਨਾਲੋਂ ਦੀਨ ਨਾਲ ਜੋੜਤਾ। ਦੁਨੀ ਚੰਦ ਸੀ ਉਹਦਾ ਨਾਂ, ਉਹਨੂੰ ਦੁਨੀ ਨਾਲੋਂ ਤੋੜਿਆ ਲੋਕਾਂ ਨਾਲੋਂ, ਤੇ ਦੀਨ ਪਰਮੇਸ਼ਰ ਨਾਲ ਜੋੜਤਾ। ਉਹ ਸੂਈ ਕਾਹਦੀ ਦਿੱਤੀ? ਉਹ ਗਿਆਨ ਬਖਸ਼ਿਸ਼ ਸੀ। ਉਹਦੇ ਨਾਲ ਤਖਤੇ ਪਲਟਦੇ ਉਹਦੀ ਜ਼ਿੰਦਗੀ ਦੇ। ਇਸ ਕਰਕੇ ਭਾਗਾਂ ਵਾਲਿਓ ਇਹ ਬਖਸ਼ਿਸ਼ ਹੈ। ਬਾਬਾ ਫਰੀਦ ਮੁਲਤਾਨ ਵਿੱਚ ਸੀ, ਉਹਨੂੰ ਕਿਸੇ ਨੇ ਸੋਨੇ ਦੀ ਕੈਂਚੀ ਭੇਟਾ ਕੀਤੀ। ਬਾਬਾ ਫਰੀਦ ਕਹਿੰਦੇ ਅਸੀਂ ਨਹੀਂ ਲੈਣੀ। ਕਹਿੰਦੇ ਜੀ ਸੋਨੇ ਦੀ ਹੈ। ਕਹਿੰਦੇ ਭਾਵੇਂ ਹੀਰਿਆਂ ਦੀ ਹੋਵੇ, ਦੂਰ ਕਰਦੀ ਦੂਰ।
ਸਾਨੂੰ ਸੂਈ ਦੇ ਦੇ, ਭਾਵੇਂ ਨਿੱਕੀ ਜੀ ਲੋਹੇ ਦੀ ਹੋਵੇ। ਫਕੀਰਾਂ ਦਾ ਕੰਮ ਹੁੰਦਾ ਟੁੱਟਿਆਂ ਨੂੰ ਜੋੜਨਾ, ਤੇ ਤੂੰ ਕੈਂਚੀ ਦੇਈ ਜਾਂਦਾ, ਤੇ ਕੈਂਚੀ ਦੇ ਜੁੜੇ ਨੂੰ ਵੀ ਲੀਰਾਂ ਲਾ ਦਿੰਦੀ ਆ। ਰੱਬ ਦੇ ਪਿਆਰਿਆਂ ਦਾ ਕੰਮ ਹੁੰਦਾ ਟੁੱਟਿਆਂ ਨੂੰ ਜੋੜਨਾ, ਤੇ ਸਾਖਤ ਬੰਦੇ ਦਾ ਕੰਮ ਹੁੰਦਾ ਹੱਸਦਾ ਵਸਦਾ ਕਿਸੇ ਦਾ ਘਰ ਉਹਨੂੰ ਖਲਾਰਾ ਪਾ ਦੇ, ਤੋੜ ਦੇਣਾ, ਹੈ ਨਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਰਹਿਮਤਾਂ ਦੇ ਮਾਲਕ ਹੈ। ਮਾਂ ਤ੍ਰਿਪਤਾ ਜੀ ਨੇ ਘੁੱਟ ਕੇ ਗਲਵੱਕੜੀ ਪਾਈ ਹੈ। ਠੰਡਾ ਵਰਤ ਗਈਆਂ, ਇੱਥੇ ਕੁਝ ਨਹੀਂ ਜਾਣਾ ਕਿ ਪਿਆਰ ਜਾਣਾ। ਬਾਜਾਂ ਵਾਲੇ ਸਤਿਗੁਰੂ ਦੇ ਸਵਈਏ ਪਾਤਸ਼ਾਹੀ 10ਵੀਂ ਸਵੇਰੇ ਅੰਮ੍ਰਿਤ ਵੇਲੇ ਨਿਤਨੇਮ ਚ ਆਉਂਦੇ, ਉੱਥੇ ਮਾਰੇ ਕਹਿੰਦੇ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਆ ਜਿਹੜਾ ਇੱਕ ਦੂਜੇ ਨਾਲ ਪ੍ਰੇਮ ਪਿਆਰ ਕਰਦੇ ਨਾ ਆਪਾਂ, ਮਾਰੇ ਸੱਚੇ ਪਾਤਸ਼ਾਹ ਤੋ ਇਹੀ ਨਾਲ ਆਪਣੇ ਨਿਭਣਾ ਹੈ। ਜਿੱਦਾਂ ਪਰਸੋਂ ਚੌਥ ਨਾ ਮਾਫ ਕਰਿਓ ਲਾਈਵ ਹੈ ਸਾਡੇ ਮਾਤਾ ਜੀ ਸੰਗਤ ਵਿੱਚ, ਉਹ ਮੈਂ ਉਦੋਂ ਕਥਾ 'ਚ ਕਿਹਾ ਸੀ ਨਾ ਵੀ ਡਾਇਰੀ ਤੇ ਲਿਖੀਦਾ ਆਪਾਂ ਵੀ ਕੀ ਸਾਰਾ ਦਿਨ ਕੀਤਾ, ਤੇ ਉਹ ਮਾਤਾ ਮੈਨੂੰ ਕਹਿੰਦੀ ਉਰੇ ਆ। ਮੈਂ ਕਿਹਾ ਕੀ ਆ? ਕਹਿੰਦੀ ਜੇ ਤੂੰ ਡਾਇਰੀ ਤੇ ਇਹ ਲਿਖੇ ਵੀ ਸਾਰਾ ਦਿਨ ਚ ਕਿੰਨਿਆਂ ਨੂੰ ਗਲਵੱਕੜੀ ਪਾਈ ਤੇ ਫੇਰ ਮੈਂ ਕਿਹਾ ਵੀ ਤੂੰ ਇਹੋ ਹੀ ਕੁਝ ਵੇਖਿਆ ਹੀ। ਕਹਿੰਦੇ ਵੀ ਜਿੰਨਾ ਪਿਆਰ ਸੰਗਤ ਸਾਰੇ ਕਰਦੇ, ਤੇਰੀ ਡਾਇਰੀ 'ਚ ਉਹਨਾਂ ਨੇ ਭਰ ਜਾਣੀ ਵੀ ਜਿਨ੍ਹਾਂ ਨੂੰ ਅੱਗੇ ਹੋ ਕੇ ਗੱਲ ਲਾ ਕੇ ਮਿਲਦੇ ਆ ਨਾ। ਹੁਣ ਜਿਹੜਾ ਸੰਗਤ ਆਉਂਦੀ ਉਹ ਗੋਡਿਆਂ ਨੂੰ ਮੈਂ ਗੋਡੇ ਛੱਡੋ ਹਿਰਦੇ ਨਾਲ ਲੱਗ ਜਾਂਦੇ ਆ, ਜਿਹੜਾ ਚਾਅ ਕਰਦਾ ਉਹ ਮਿਲਦਾ ਉੱਡ ਕੇ। ਕਹਿੰਦੇ ਤੇਰੀ ਡਾਇਰੀ 'ਚ ਸਭ ਤੋਂ ਵੱਧ, ਮੈਂ ਕਿਹਾ ਤੁਹਾਡਾ ਭਲਾ ਹੋਵੇ, ਚੰਗੀ ਚੀਜ਼ ਆ ਵੀ ਵਾਕਿਆ ਡਾਇਰੀ 'ਚ ਵੱਧ ਤੋਂ ਵੱਧ ਇਹ ਹੋਵੇ ਵੀ ਅੱਜ ਮੈਂ ਕਿਸੇ ਦੇ ਗਲੇ ਲੱਗਾ, ਉਹਦੀ ਕਮਾਈ ਮੈਨੂੰ ਮਹਿਸੂਸ ਹੋਈ, ਤੇ ਜਿਹੜੀ ਮਾੜੀ ਮੋਟ ਮੇਰੀ ਉਹ ਅਗਲੇ ਨੂੰ ਮਹਿਸੂਸ। ਅੱਜ ਮਾਂ ਤ੍ਰਿਪਤਾ ਨੇ ਘੁੱਟ ਕੇ ਰੱਬ ਨੂੰ ਗਲਵੱਕੜੀ ਪਾਈ ਤੇ ਠੰਡ ਵਰਤ ਗਈ। ਤਜ ਨ ਸਕਤ ਸੁਤ ਕੋ ਨਿਜ ਅੰਕਾ, ਜਿਉ ਪਾਹੀ ਪਾਰਸ ਕੇ ਤਰੰਕਾ। ਕਵੀ ਰਾਜ ਜੀ ਕਹਿੰਦੇ ਹਨ ਕਿ ਕਾਫੀ ਸਮਾਂ ਲੱਗ ਗਿਆ। ਸਾਰੀ ਸੰਗਤ ਕਹਿੰਦੀ ਵੀ ਮਾਤਾ ਹੁਣ ਛੱਡ ਦੇ ਇਹਨੂੰ। ਅੱਜ ਜਿੱਦਾਂ ਏਅਰਪੋਰਟ ਤੇ ਨਹੀਂ ਹੁੰਦਾ, ਉਹ ਬੀਬੀਆਂ ਚਿੰਬੜੀਆਂ, ਉਹ ਕਹਿੰਦੇ ਮੇਰਾ ਟਾਈਮ ਹੋ ਗਿਆ ਮਾਤਾ, 12:10 ਤੇ ਫਲੈਟ ਆ, 12 ਵੱਜ ਗਏ ਮੇਰੀ ਐਂਟਰੀ ਹੈ। ਉਹ ਕਿੱਥੇ? ਉਹ ਕਹਿੰਦੇ ਇੱਕ ਵਾਰੀ ਮਿਲ ਲਾ, ਕੀ ਤਾਂ ਮੁੜ ਕੇ ਘੜੀ ਦਾ ਤੇ ਪਤਾ ਨਹੀਂ, ਹੁਣ ਬੀਪੀ ਜਿਹਾ ਵਾਧਾ, ਬਸ ਨਾਲ ਹੀ ਕੰਮ ਹੋ ਜਾਂਦਾ। ਗਾਂ ਕਿੰਨੇ ਵੇਖਿਆ ਬੱਚਿਆਂ ਦੀ PR ਪੂਅਰ ਦਾ, ਤੇ ਮੈਨੂੰ ਪਤਾ ਨਹੀਂ, ਆਪਣੀ ਕੋਈ ਭਰੋਸਾ ਨਹੀਂ। ਜੇ ਇਹ ਗੱਲ ਕਹੀਏ ਨਾ ਵੀ ਮਹਾਰਾਜ ਵੱਡੀ ਉਮਰ ਕਰੇ, ਉਹਨਾਂ ਤੇ ਪੱਕੇ ਹੋ ਜਾਣਾ, ਤੇਰਾ ਨਹੀਂ ਪਤਾ ਤੂੰ ਪੱਕਿਆਂ ਤੱਕ ਰਹਿਣਾ ਕਿ ਨਹੀਂ। ਤੋ ਇਸ ਕਰਕੇ ਮਹਾਰਾਜ ਦੇ ਮਾਤਾ ਜੀ ਛੱਡ ਨਹੀਂ ਰਹੇ। ਕਹਿੰਦੇ ਜਿਉਂ ਪਾਹੇ ਪਾਰਸ ਕੇ ਤਰੰਗਾ, ਜਿੱਦਾਂ ਗਰੀਬ ਨੂੰ ਪਾਰਸ ਲੱਭ ਜੇ ਤੇ ਛੇਤੀ ਕੀਤਿਆਂ ਨਿਆ ਨਹੀਂ ਦਿੰਦਾ ਕਿਸੇ ਨੂੰ, ਉਹ ਵੀ ਕਹਿੰਦਾ ਵੀ ਸਾਰਾ ਕੁਝ ਸੋਨੇ ਦਾ ਬਣਾ ਕੇ ਤੇ ਫੇਰ ਹੀ ਦੂਜੇ ਨੂੰ ਦਊਂਗਾ। ਇਸ ਤਰ੍ਹਾਂ ਕਰਕੇ ਕਹਿੰਦੇ ਇਹਦਾ ਗਰੀਬ ਨੂੰ ਪਾਰਸ ਮਿਲ ਗਿਆ ਹੋਵੇ, ਮਾਤਾ ਤ੍ਰਿਪਤਾ ਨੂੰ ਰੱਬ ਮਿਲਿਆ। ਸੰਗਤ ਕਹਿੰਦੀ ਕਿਸੇ ਹੋਰ ਨੂੰ ਵੀ ਮਿਲ ਲੈਂਦੇ ਹੋ ਬੀਬੀ, ਅਵਤਾਰੀ ਪੁਰਸ਼ ਆਇਆ, ਕਹਿੰਦੇ ਮਿਲ ਲਿਓ, ਪਰ ਮੈਨੂੰ ਤੇ ਜਿੰਨਾ ਸਾਲ ਹੋ ਗਏ ਉਹਨਾਂ ਪੂਰਾ ਕਰ ਲਾਂ। ਦੇਖੋ ਇਹਨੂੰ ਕਿਹਦੇ ਪਿਆਰ। ਪੈਸਾ ਸੋਨਾ ਚਾਂਦੀ ਜਿੰਨਾ ਮਰਜ਼ੀ ਕਮਾ ਲਈਏ, ਇਹਨੇ ਨਹੀਂ ਜਾਣਾ। ਜਿਹੜਾ ਪਿਆਰ ਇਹ ਲੱਭਣਾ ਨਹੀਂ ਹੈ। ਅਸਰ ਪਾਤ ਸੋ ਪੀਗੇ ਅੰਗਾ, ਮਨਹੁ ਪ੍ਰੇਮ ਪਰਵਾਹੇ ਉਮੰਗਾ। ਕਵੀ ਰਾਜ ਜੀ ਕਹਿੰਦੇ ਇੰਨਾ ਵਿਰਾਗ ਕੀਤਾ ਮਾਤਾ ਤ੍ਰਿਪਤਾ ਨੇ, ਨਾਲੇ ਤੇ ਆਪਣੇ ਵਸਤਰ ਗਿੱਲੇ ਕੀਤੇ ਤੇ ਨਾਲੇ ਬਾਬੇ ਨਾਨਕ ਦੇ ਜਿਹੜੇ ਮੋਢੇ ਤੇ ਸਿਰ ਰੱਖ ਕੇ ਰੋ ਰਹੀ ਸੀ ਨਾ, ਕਹਿੰਦੇ ਅਸ਼ਟਪਾਤ ਸੋ ਪੀ ਗਏ ਅੰਗਾ। ਮਹਾਰਾਜ ਦੇ ਮੋਢੇ ਦੇ ਉੱਤੋਂ ਹੰਝੂ ਏਦਾਂ ਥੱਲੇ ਚੋ ਰਹੇ ਆ ਜਿਵੇਂ ਬਾਲਟੀ ਭਰ ਕੇ ਪਾਣੀ ਰੋੜਿਆ ਹੋਵੇ। ਇਹ ਪਿਆਰ ਦੀ ਕਥਾ ਹੈ। ਸਾਡੀਆਂ ਅੱਖਾਂ 'ਚ ਕਦੇ ਪਾਣੀ ਆਇਆ ਹੀ ਨਹੀਂ, ਸਾਨੂੰ ਕੀ ਪਤਾ ਪਿਆਰ ਕੀ ਹੁੰਦਾ। ਬਾਬੇ ਫਰੀਦ ਨੇ ਆਖਿਆ ਜਿੰਨਾ ਅੱਖਾਂ 'ਚ ਕਦੇ ਨਮੀ ਨਹੀਂ ਆਈ ਕਥਾ ਸੁਣ ਕੇ, ਕੀਰਤਨ ਗਵਾਂਢੀ ਦਾ ਦੁੱਖ ਸੁਣ ਕੇ, ਕਿਸੇ ਦਾ ਜਿਹੜੀਆਂ ਅੱਖਾਂ ਕਦੇ ਭਰੀਆਂ ਹੀ ਨਹੀਂ, ਉਹ ਇਨਸਾਨ ਨਹੀਂ, ਉਹ ਮੜੀਆਂ ਦਾ ਮੁਰਦਾ ਹੀ ਆ, ਉਹ ਜਿਉਂਦਾ ਨਹੀਂ ਹੈ। ਅੱਖਾਂ ਭਰਨੀਆਂ ਜ਼ਰੂਰੀ ਹੈ, ਕਿਉਂਕਿ ਜਦੋਂ ਮੋਮਬੱਤੀ ਜਗਦੀ ਹੈ ਤੇ ਉਹਦਾ ਹਿਰਦਾ ਕੋਮਲ ਹੁੰਦਾ, ਜਦੋਂ ਬੁਝੀ ਹੁੰਦੀ ਸਖਤ ਹੁੰਦਾ। ਇਸੇ ਤਰ੍ਹਾਂ ਮਾਰੇ ਕਹਿੰਦੇ ਮਨ ਜਾਗੈ ਕਿ ਇਹ ਨਿਸ਼ਾਨੀ, ਜੋ ਪ੍ਰੇਮਾਨੇ ਪ੍ਰਭ ਗੁਰਬਾਨੀ। ਉਹਨਾਂ ਮਨਾਂ ਦੀ ਨਿਸ਼ਾਨੀ ਹੈ ਵੀ ਉਹ ਜਾਗ ਗਏ ਜਿਨ੍ਹਾਂ ਦੀਆਂ ਅੱਖਾਂ 'ਚ ਵਾਰ-ਵਾਰ ਹੰਝੂ ਆ ਰਹੇ, ਉਹਨਾਂ ਦਾ ਹਿਰਦੇ 'ਚ ਕੁਛ ਨਹੀਂ ਹੈਗਾ, ਕਿਉਂਕਿ ਹਿਰਦਾ ਉਬਲਦਾ ਹੀ ਉਹ ਆ ਜਿਹਦੇ ਅੰਦਰ ਜਾਗ ਲੱਗੀ ਹੈ। ਪੱਥਰ ਨੇ ਕੀ ਉਬਲਣਾ? ਕਈ ਰੂਹਾਂ ਵੇਖੀਆਂ ਮੈਂ ਪੱਥਰ ਵਰਗੇ ਹੁੰਦੇ, ਉਹਨਾਂ ਨੂੰ ਕਦੇ ਕੋਈ ਫਰਕ ਨਹੀਂ ਪੈਂਦਾ, ਕੋਈ ਮਰ ਜੇ, ਕੋਈ ਜੰਮ ਪਏ, ਕੋਈ ਕਥਾ ਸੁਣਾਵੇ, ਕੀਰਤਨ, ਉਹਨਾਂ ਬਿਟਰ ਝਾਕੀ ਜਾਣਾ, ਉਹਨਾਂ ਨੂੰ ਕੋਈ ਮਤਲਬ ਨਹੀਂ। ਇਹਨੂੰ ਮਾਰੇ ਕਹਿੰਦੇ ਇੱਦਾਂ ਨਾ ਕਰਿਆ ਕਰ, ਜਿੰਨਾ ਵੀ ਹੋ ਸਕੇ ਅੱਖਾਂ ਗਿੱਲੀਆਂ ਕਰ, ਕਿਤੇ ਤੇਰੀਆਂ ਅੱਖਾਂ ਦਾ ਪਾਣੀ ਤੇਰੇ ਗੁਨਾਹ ਸਾਫ਼ ਕਰਕੇ ਰੱਖ। ਜੀ ਤੇ ਕਰਦਾ ਸੁਣਾਈ ਚੱਲੀਏ, ਘੜੀ ਸਮਾਪਤ ਹੋ ਗਈ ਆ।
ਅੱਜ ਰਹਿਣ ਦੀਏ ਮਾਤਾ ਪੁੱਤਰ ਨੂੰ, ਹਨਾ। ਅੱਜ ਦੀ ਰਾਤ ਮਿਲੇ ਰਹਿਣ ਦੀਏ, ਪਿਆਰ ਬੜੇ ਚਿਰ ਬਾਅਦ ਮਿਲੇ ਆ। ਤੇ ਕੱਲ ਨੂੰ ਫਿਰ ਆਪਾਂ ਗਲਵਕੜੀ ਹੁਣ ਖਿਲਾਵਾਂਗੇ ਮਾਤਾ ਤ੍ਰਿਪਤਾ ਤੇ ਗੁਰੂ ਨਾਨਕ ਸਾਹਿਬ ਦੀ। ਪਿਆਰ 'ਚ ਸਮੇਂ ਦਾ ਨਹੀਂ ਪਤਾ ਲੱਗਦਾ। ਬਾਕੀ ਤੁਹਾਡਾ ਪਿਆਰ ਪਹਿਲਾਂ ਹੀ ਬਣਿਆ ਹੁੰਦਾ। ਸ਼ਬਦ ਪੜ੍ਹਦੀ ਸੰਗਤ ਤੁਸੀਂ ਵੀ ਪੜ੍ਹਿਆ ਕਰੋ ਬਾਣੀ ਜਿੰਨੀ ਵੀ। ਆਓ 2 ਮਿੰਟ ਸਿਮਰਨ ਕਰੀਏ, ਫਿਰ ਠੰਡਾ ਮਿੱਠਾ ਜਲ ਛਕਣਾ। ਸਾਰੇ ਕਿਰਪਾ ਕਰਿਓ। ਵਾਹਿਗੁਰੂ 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 कल नूं मस्या का दिहाड़ा है। आप सारी संगत की श्रद्धा भावना कोई किसी जाती सेवा, कोई लोह लगन की, कोई दरबार चलाकी ढाडी सिख विचारे गुरु के प्यारे आने ना जस सुना है। सुबारे कृपा करें जिन्नी भी सेवा हो जरूर करिया करो। वाहिगुरू।